ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦ ਸਿੱਖ ਵਿਊ ਪੁਆਇੰਟ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਨਿੱਘਾ ਸਵਾਗਤ ਹੈ। ਪਿਛਲੇ ਦਿਨੀ 8 ਤਰੀਕ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਇੱਕ ਬਹੁਤ ਭਾਰੀ ਪੰਥਕ ਇਕੱਠ ਹੁੰਦਾ ਹੈ। ਉਸ ਪੰਥਕ ਇਕੱਤਰਤਾ ਵਿੱਚ ਵੱਖ-ਵੱਖ ਜੋ ਸਿੱਖ ਜਥੇਬੰਦੀਆਂ ਨੇ ਉਹ ਹਿੱਸਾ ਲੈਂਦੀਆਂ ਨੇ ਅਤੇ ਮੋਟੇ ਤੌਰ 'ਤੇ ਸਾਰੇ ਰਲ ਕੇ ਇੱਕ ਅਹਿਦ ਕਰਦੇ ਨੇ ਕਿ ਉਹਨਾਂ ਨੂੰ ਰਲ ਮਿਲ ਕੇ ਸਿਰ ਜੋੜ ਕੇ ਬੈਠਣ ਦੀ ਲੋੜ ਹੈ ਅਤੇ ਜੋ ਪੰਥ ਮੂਹਰੇ ਦਰਪੇਸ਼ ਮਸਲੇ ਨੇ ਉਹਨਾਂ ਦਾ ਇੱਕ ਰਲ ਮਿਲ ਕੇ ਸੁਖਾਵਾਂ ਹੱਲ ਕੱਢਣ ਦੀ ਲੋੜ ਹੈ। ਇਹ ਜਿਹੜੀ ਪੰਥਕ ਇਕੱਤਰਤਾ ਹੋਈ ਕਿ ਇਸ 'ਚੋਂ ਕੀ ਸਿੱਟੇ ਨਿਕਲਣਗੇ ਇਹ ਤਾਂ ਵਕਤ ਹੀ ਦੱਸੂਗਾ, ਪਰ ਕਿਤੇ ਇਹ ਕੋਈ ਬਾਦਲ ਦਲ ਦੀ ਕੋਈ ਸਿਆਸੀ ਚਾਲ ਤਾਂ ਨਹੀਂ ਕਿ ਉਹ ਆਪਦੇ ਆਪ ਨੂੰ ਮੁੜ ਸਿਆਸੀ ਧਿਰਾਂ 'ਚ ਸੁਰਜੀਤ ਕਰਨਾ ਚਾਹੁੰਦੇ ਨੇ। ਇਹ ਅਤੇ ਹੋਰ ਰਲਦੇ ਮਿਲਦੇ ਜਿਹੜੇ ਸਵਾਲ ਨੇ, ਇਹਨਾਂ ਸਵਾਲਾਂ ਦਾ ਜਵਾਬ ਲੈਣ ਲਈ ਅੱਜ ਸਾਡੇ ਕੋਲ ਮੌਜੂਦ ਨੇ ਸਰਦਾਰ ਅਜਮੇਰ ਸਿੰਘ ਜੀ। ਸਾਰਿਆਂ ਨਾਲੋਂ ਪਹਿਲਾਂ ਉਹਨਾਂ ਨਾਲ ਫਤਿਹ ਦੀ ਸਾਂਝ ਪਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਇੱਕ ਪਾਸੇ ਤਾਂ ਜੋ ਬੀਤੇ ਦਿਨੀ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੰਥਕ ਇਕੱਤਰਤਾ ਹੁੰਦੀ ਹੈ, ਇੱਕ ਪਾਸੇ ਤਾਂ ਇੱਕ ਆਸ਼ਾ ਦੀ ਨਵੀਂ ਕਿਰਨ ਦਿਸਦੀ ਹੈ ਵੀ ਬਹੁਤ ਸਮੇਂ ਮਗਰੋਂ ਜਿਹੜੀ ਵੱਖ-ਵੱਖ ਜਥੇਬੰਦੀਆਂ ਨੇ ਜਿਹੜੀਆਂ ਵੱਖ-ਵੱਖ ਵਿਚਾਰ ਆਪਦੇ ਨਿੱਜੀ ਵਿਚਾਰ ਰੱਖਦੀਆਂ ਨੇ ਅਤੇ ਉਹ ਰਲ ਕੇ ਇਕੱਠੀਆਂ ਹੋਈਆਂ ਨੇ ਅਤੇ ਉਹਨਾਂ ਨੇ ਸਾਰਿਆਂ ਨੇ ਇੱਕ ਮੋਟੇ ਤੌਰ 'ਤੇ ਇੱਕ ਅਹਿਦ ਕੀਤਾ ਹੈ ਵੀ ਅਸੀਂ ਆਪਦੇ ਜੋ ਆਪਸੀ ਵੱਖਰੇਵੇਂ ਨੇ ਉਹ ਪਿੱਛੇ ਛੱਡ ਕੇ ਅਤੇ ਰਲ ਮਿਲ ਕੇ ਜੋ ਸਿੱਖ ਪੰਥ ਮੂਹਰੇ ਜੋ ਮਸਲੇ ਨੇ, ਜੋ ਭਖੇ ਹੋਏ ਮਸਲੇ ਪਏ ਨੇ, ਉਹਨਾਂ ਦਾ ਕੁਝ ਹੱਲ ਕੱਢਣਾ ਚਾਹੁੰਦੇ ਨੇ। ਤੁਸੀਂ ਇਹਨੂੰ ਕਿਸ ਨਜ਼ਰ ਨਾਲ ਦੇਖਦੇ ਹੋ ਕਿ ਵਾਕਈ ਇੱਕ ਜੋ ਪੰਥ ਹੈ ਉਹਦੇ ਵਿੱਚ ਇੱਕ ਆਸ਼ਾ ਦੀ ਕਿਰਨ ਦੌੜਦੀ ਹੈ ਜਾਂ ਇਹ ਸਿਰਫ ਬਾਦਲ ਦਲ ਦੀ ਕੋਈ ਇੱਕ ਨਵੀਂ ਸਿਆਸੀ ਚਾਲ ਹੈ? ਦੇਖੋ, ਕਿਉਂਕਿ ਇਹ ਮੀਟਿੰਗ ਬਾਦਲ ਦਲ ਵੱਲੋਂ ਬੁਲਾਈ ਗਈ 8 ਵਾਲੀ ਵੀ ਅਤੇ ਇੱਕ ਅੱਜ 11 ਵਾਲੀ। 8 ਵਾਲੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਬੁਲਾਈ ਗਈ ਸੀ। ਅੱਜ ਜਿਹੜੀ 11 ਵਾਲੀ ਸੀ ਉਹ SGPC ਵੱਲੋਂ ਬੁਲਾਈ ਗਈ ਅਤੇ ਜਾਸੂਸ ਸਮੁੰਦਰੀ ਹਾਲ 'ਚ। 8 ਵਾਲੀ ਦਾ ਜਿਹੜਾ ਏਜੰਡਾ ਸੀ ਉਹ ਸੀਗਾ ਪਟਿਆਲੇ ਵਾਲੀਆਂ ਘਟਨਾਵਾਂ, ਛੋਟਾ ਘੇਰਾ ਸੀ ਉਹਦਾ, ਇੱਕ ਫੌਰੀ ਵਾਪਰੀ ਘਟਨਾ ਬਾਰੇ ਵੀ ਆਪਾਂ ਰਲ ਕੇ ਕੁਛ ਕਦਮ ਚੁੱਕੀਏ। ਜਿਹੜੀ 11 ਵਾਲੀ ਹੋਈ ਅੱਜ, ਉਹਦਾ ਏਜੰਡਾ ਉਦੋਂ ਵੱਡਾ, ਉਹ ਹੈ ਬੰਦੀ ਸਿੰਘਾਂ ਦੀ ਰਿਹਾਈ, ਜਿਹੜਾ ਲੰਮੇ ਚਿਰ ਤੋਂ ਖੜ੍ਹਾ ਹੈ ਅਤੇ ਅਜੇ ਰਹਿਣਾ ਅਤੇ ਜਿਹਤੇ ਕੌਮ ਨੂੰ ਸੰਘਰਸ਼ ਕਰਨਾ ਪੈਣਾ, ਪਹਿਲਾਂ ਵੀ ਕੀਤਾ ਅਤੇ ਇਸ ਕਰਕੇ ਅੱਜ ਵਾਲੀ ਦਾ ਜਿਹੜਾ ਹੈਗਾ ਉਹ ਦੈਟ ਵੇ ਵੱਧ ਇੱਕ ਆਪਾਂ ਕਹਿ ਸਕਦੇ ਹਾਂ ਇੱਕ ਗੰਭੀਰ ਯਤਨ ਹੈ ਜੀ, ਕਿਸੇ ਤਰ੍ਹਾਂ ਇੱਕ ਪਲੇਟਫਾਰਮ 'ਤੇ ਇਕੱਠੇ ਹੋ ਕੇ ਆਪਦੀਆਂ ਜਿਹੜੀਆਂ ਮੰਗਾਂ ਨੇ, ਮਸਲੇ ਖੜ੍ਹੇ ਨੜੇ, ਉਹਨਾਂ 'ਤੇ ਅਸੀਂ ਕੋਈ ਰਲ ਕੇ ਕੁਛ ਕਰ ਸਕੀਏ। ਜਿੱਥੋਂ ਤੱਕ ਇਹ ਹੈ ਕਿ ਕੀ ਇਹ ਬਾਦਲ ਚੱਲਦੀ ਕੋਈ ਚਾਲ ਹੈ ਆਪਦੇ ਆਪ ਨੂੰ ਮੁੜ ਸੁਰਜੀਤ ਕਰਨ ਦੀ, ਉਹਦੇ ਬਾਰੇ ਤਾਂ ਰਮਨੀਕ ਸਿੰਘ ਕੋਈ ਰੌਲਾ ਨਹੀਂ ਹੋਣਾ ਚਾਹੀਦਾ। ਕੋਈ ਵੀ ਪੋਲੀਟੀਕਲ ਧਿਰ ਹੈ ਉਹ ਜੋ ਵੀ ਕਰੂਗੀ ਉਹਦੇ 'ਚ ਉਹਦੇ ਆਪਦੇ ਪੋਲੀਟੀਕਲ ਸਰੋਕਾਰ ਤਾਂ ਹੋਣਗੇ, ਕੋਈ ਵੀ ਹੈ। ਇਹ ਕਹੀਏ ਵੀ ਉਹ ਨਿਰੋਲ ਸੇਵਾ ਦੀ ਭਾਵਨਾ ਨਾਲ ਹੀ ਕੁਛ ਕਰ ਰਹੀ ਹੈ, ਇਸ ਤਰ੍ਹਾਂ ਦੀ ਗੱਲ ਨਹੀਂ ਹੁੰਦੀ। ਅਤੇ ਪਰ ਇਹ ਹੈ ਵੀ ਅਸਲ 'ਚ ਇਸ ਮਸਲੇ ਬਾਰੇ ਨਾ ਅਸੀਂ ਜਦੋਂ ਇਸ ਮਸਲੇ ਨੂੰ ਕਿਵੇਂ ਦੇਖਣਾ ਹੈ, ਇਹ ਥੋੜ੍ਹੀ ਜਿਹੀ ਗੱਲ ਕਰਨ ਦੀ ਲੋੜ ਹੈ, ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਇਹ ਮਸਲਾ ਵਾਰ-ਵਾਰ ਆ ਰਿਹਾ ਹੈ ਕਿ ਪੰਥ ਦੀਆਂ ਮੰਗਾਂ, ਮਸਲੇ ਇੰਨੇ ਖੜ੍ਹੇ ਨੇ, ਹੱਲ ਨਹੀਂ ਹੋ ਰਹੇ ਅਤੇ ਹੋਣੇ ਵੀ ਨਹੀਂ ਇਸ ਰਾਜ ਦੇ ਹੇਠ ਪੂਰੀ ਤਰ੍ਹਾਂ। ਅੰਸ਼ਕ ਕੁਛ ਰੇਤਾਂ ਲਈਆਂ ਜਾ ਸਕਦੀਆਂ ਅਤੇ ਉਹਦੇ ਵਾਸਤੇ ਯਤਨ ਕਰਨਾ ਚਾਹੀਦਾ ਅਤੇ ਇਹ ਕਾਫੀ ਚਿਰਾਂ ਤੋਂ ਸਿਲਸਿਲਾ ਚੱਲ ਰਿਹਾ ਹੈ, ਲੰਮੇ ਚਿਰ ਤੋਂ। ਅਤੇ ਇਸ ਕਰਕੇ ਵੀ ਸਾਨੂੰ ਇਹਦੇ ਬਾਰੇ ਕੀ ਯਤਨ ਕਰਨੇ ਚਾਹੀਦੇ ਨੇ।
ਰਲ ਕੇ ਸਾਰਿਆਂ ਨੂੰ। ਇਹ ਅਜੇ ਤੱਕ ਅਮਲ 'ਚ ਸਾਕਾਰ ਨਹੀਂ ਹੋਈ ਗੱਲ। ਹਰ ਕੋਈ ਆਪਦੀ ਲੈਵਲ 'ਤੇ, ਕੋਈ 1-2 ਜਥੇਬੰਦੀਆਂ ਰਲ ਗਈਆਂ, ਕਿਤੇ 3 ਰਲ ਗਈਆਂ, ਵੀ ਪੰਥ ਦੀਆਂ ਸਮੁੱਚੀਆਂ ਧਿਰਾਂ ਰਲ ਕੇ ਇੱਕ ਮਸਲੇ 'ਤੇ ਖੜੀਆਂ ਹੋ ਜਾਣ। ਇਹ ਨਹੀਂ ਹੋਇਆ। ਉਹਦੇ 'ਚੋਂ ਇੱਕ ਕਾਰਨ ਤਾਂ ਇਹ ਸੀ ਕਿ ਲੰਮਾ ਚਿਰ ਜਿਹੜਾ ਹੈਗਾ ਬਾਦਲ ਦਲ ਉਹ ਹੁਕਮਰਾਨ ਧਿਰ ਰਿਹਾ, ਅਤੇ ਜਦੋਂ ਕੋਈ ਧਿਰ ਹੁਕਮਰਾਨ ਬਣ ਜਾਂਦੀ ਆ ਉਹਦੇ ਸਰੋਕਾਰ ਬਦਲ ਜਾਂਦੇ ਆ। ਜਨਰਲੀ ਇਹ ਹੁੰਦਾ, ਜਾਂ ਤਾਂ ਉਹਦੀ ਕੋਈ ਕਮਿਟਮੈਂਟ ਬਹੁਤ ਵੱਡੀ ਹੋਵੇ, ਅਤੇ ਨਹੀਂ ਤਾਂ ਪੋਲੀਟਿਕਸ ਆਪਦੇ ਹਿੱਤਾਂ ਦੀ ਰਾਜਨੀਤੀ ਹੈ ਨਾ, ਲੈ ਦੇ ਕੇ ਜੋ ਚੱਲ ਰਹੀ ਪੋਲੀਟਿਕਸ ਦਾ ਮਾਡਲ ਹੈ। ਜੋ ਹੋਣਾ ਚਾਹੀਦਾ ਆਦਰਸ਼ਕ ਤੌਰ 'ਤੇ ਉਹ ਤਾਂ ਗੱਲ ਵੱਖਰੀ ਹੈ, ਪਰ ਉਹ ਆਦਰਸ਼ ਹੀ ਹੈ। ਸੋ ਇੱਕ ਹਿੱਤਾਂ ਦੀ ਗੱਲ ਹੀ ਹੁੰਦੀ ਹੈ, ਪੋਲੀਟੀਕਲ ਹਿੱਤਾਂ ਦੀ। ਅਤੇ ਜਦੋਂ ਉਹ ਰੂਲਿੰਗ ਪਾਵਰ 'ਚ ਆਉਂਦੇ ਨੇ, ਰੂਲਿੰਗ ਪੋਜੀਸ਼ਨ 'ਚ, ਉਦੋਂ ਉਹਨਾਂ ਦੇ ਨਾ ਉਹ ਹਿੱਤ ਵੀ ਬਦਲ ਜਾਂਦੇ, ਸਰੋਕਾਰ ਵੀ ਬਦਲ ਜਾਂਦੇ। ਇਸ ਪੱਖੋਂ ਜੇ ਆਪਾਂ ਦੇਖੀਏ, ਬਾਦਲ ਦਲ ਹੀ ਇੱਕੋ ਇੱਕ ਪਾਰਟੀ ਹੈ ਸਿੱਖਾਂ ਦੀ ਜਿਹਨੂੰ ਰਾਜ ਕਰਨ ਦਾ ਮੌਕਾ ਨਸੀਬ ਹੋਇਆ ਹੈ। ਅਤੇ ਉਹਦਾ ਜੋ ਰਿਕਾਰਡ ਹੈ ਹੁਣ ਤੱਕ, ਖਾਸ ਕਰਕੇ 1997 ਤੋਂ ਬਾਅਦ ਦਾ, ਜਦੋਂ ਸਿੱਖਾਂ ਦੇ ਮਸਲਿਆਂ 'ਚ ਬਹੁਤ ਸਿਫਤੀ ਤਬਦੀਲੀ ਆਈ ਹੈ। ਪਹਿਲਾਂ ਵੀ ਚੱਲਦੇ ਸੀਗੇ, ਵਿਤਕਰਾ ਚੱਲਦਾ ਸੀਗਾ ਸਿੱਖਾਂ ਦੇ ਨਾਲ ਵੀ ਅਤੇ ਪੰਜਾਬ ਨਾਲ। ਉਹਦੇ 'ਚ ਅਕਾਲੀ ਦਲ ਲੜਦਾ ਆਇਆ, ਪੰਥ ਅਤੇ ਪੰਜਾਬ ਦੀ ਧਿਰ ਬਣ ਕੇ ਨੈਸ਼ਨਲ ਲੈਵਲ 'ਤੇ ਇੱਕ ਪਛਾਣ ਬਣੀ ਹੋਈ ਸੀ। ਅਤੇ ਉਹਦੇ 'ਚ ਚਲੋ ਵਖਰੇਵੇਂ ਤਾਂ ਆਉਂਦੇ ਹੀ ਸੀਗੇ, ਮੌਕਾ ਪ੍ਰਸਤੀਆਂ ਵੀ ਹੁੰਦੀਆਂ ਸੀ, ਪਰ ਲੈ ਦੇ ਕੇ ਉਹ ਇੱਕ ਸੰਘਰਸ਼ ਕਰਦੇ ਸੀ। ਅਤੇ ਧਰਮ ਯੁੱਧ ਮੋਰਚਾ ਆਖਰੀ ਸੰਘਰਸ਼ ਸੀ ਅਕਾਲੀ ਦਲ ਦਾ। ਉਦੋਂ ਬਾਅਦ ਦਰਬਾਰ ਸਾਹਿਬ 'ਤੇ ਹਮਲਾ ਹੋ ਗਿਆ, ਉਸ ਤੋਂ ਬਾਅਦ ਖਾੜਕੂ ਸੰਘਰਸ਼ ਚੱਲਿਆ। ਸੋ ਇਹ ਜਿਹੜਾ ਦੌਰ ਹੈ ਇਹ 97 ਤੋਂ ਸ਼ੁਰੂ ਹੋਇਆ, ਫਿਰ 1997 ਦੀ ਇਲੈਕਸ਼ਨ ਨਾਲ, ਅਤੇ ਉਹਦੇ 'ਚ ਹੀ ਬਾਦਲ ਦਲ ਹਕੂਮਤ 'ਚ ਆ ਗਿਆ। ਅਤੇ ਉਹ ਫਿਰ ਲੰਮਾ ਚਿਰ ਹਕੂਮਤ 'ਚ ਰਿਹਾ, ਵਾਰੀ ਕਿਤੇ ਵਿੱਚ ਦੀ ਭਾਵੇਂ 5 ਸਾਲ ਵਾਸਤੇ ਲੈ ਗਿਆ, ਫਿਰ 10 ਸਾਲ ਲਗਾਤਾਰ। ਉਹਦੇ ਨਾਲ ਕੀ ਹੋਇਆ ਕਿ ਅਕਾਲੀ ਦਲ ਦੇ ਖਾਸੇ 'ਚ ਵੀ ਸਿਫਤੀ ਤਬਦੀਲੀ ਆ ਗਈ। ਇਹ ਹੁਣ ਉਹ ਪਹਿਲਾਂ ਵਾਲਾ ਅਕਾਲੀ ਦਲ ਨਹੀਂ ਸੀ। ਇੱਕ ਤਾਂ ਇਹਦੇ 'ਚ ਇੱਕ ਪਰਿਵਾਰ ਦਾ ਇਜਾਰੇਦਾਰੀ ਬਣ ਗਈ, ਕਬਜ਼ਾ ਹੋ ਗਿਆ, ਪੰਥ ਦੀ ਨਹੀਂ। ਸੋ ਪਹਿਲਾਂ ਉੱਥੇ ਪਾਵਰ ਦੇ ਸੈਂਟਰ ਹੁੰਦੇ ਸੀ। ਇੱਕ ਪਾਸੇ SGPC ਦਾ ਪ੍ਰਧਾਨ ਹੈ, ਇੱਕ ਪਾਸੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੈ, ਇੱਕ ਪਾਸੇ ਅਕਾਲੀ ਦਲ ਦਾ ਪ੍ਰਧਾਨ ਹੈ, ਇੱਕ ਪਾਸੇ CM ਹੈ, ਮੁੱਖ ਮੰਤਰੀ। ਸੋ ਇਹ 4 ਵੱਡੇ ਪਾਵਰ ਦੇ ਸੈਂਟਰ ਸੀਗੇ ਜਿਨ੍ਹਾਂ 'ਚ ਇੱਕ ਤਵਾਜ਼ਨ ਬਣਦਾ ਸੀ। ਇੱਕ ਕਿਤੇ ਕੁਰਾਹੇ ਵਗਦਾ ਤਾਂ 3 ਟੋਕਣ ਵਾਲੇ ਹੈਗੇ, 2 ਵਗਦੇ 2 ਟੋਕਣ ਵਾਲੇ ਹੈਗੇ। ਇੱਕ ਇਨਰ ਕਰੈਕਟਿਵ ਮੈਕੈਨਿਜ਼ਮ ਜਿਹਨੂੰ ਕਹਿੰਦੇ ਆ, ਅੰਦਰੀ ਇੱਕ ਢਾਂਚਾ ਸੀ ਜਿੱਥੇ ਲਗਾਤਾਰ ਸੁਧਾਈ ਹੁੰਦੀ ਰਹਿੰਦੀ ਸੀ, ਬ੍ਰੇਕਾਂ ਲੱਗਦੀਆਂ ਰਹਿੰਦੀਆਂ ਸੀ। 97 ਤੋਂ ਬਾਅਦ ਬਾਦਲ ਨੇ ਜਦੋਂ ਮੁੱਖ ਮੰਤਰੀ ਬਣਿਆ, ਉਸ ਤੋਂ ਬਾਅਦ ਉਹਨੇ ਮਤਲਬ ਇਹ ਧਾਰ ਕੇ ਆ ਗਿਆ ਸੀ ਵੀ ਹੁਣ ਹੋਰ ਕੋਈ ਪਾਵਰ ਦਾ ਸੈਂਟਰ ਨਹੀਂ ਹੋਊਗਾ। ਅਕਾਲ ਤਖਤ ਦੇ ਜਥੇਦਾਰ ਨੂੰ ਭਾਈ ਰਣਜੀਤ ਸਿੰਘ ਜੀ ਨੂੰ ਲਾਇਆ, ਅਤੇ ਇਹਦੇ ਪਿੱਛੇ ਜਿਹੜੀ ਕੇਂਦਰ ਸਰਕਾਰ ਦੀ ਇੱਕ ਲੌਬੀ ਸੀ ਪੂਰੀ, ਉਹ ਕੰਮ ਕਰ ਰਹੀ ਸੀ। ਚਲੋ ਉਹ ਇੱਕ ਆਪਾਂ ਵੱਖਰਾ ਵਿਸ਼ਾ ਹੈ, ਉਹ ਡਿਟੇਲ 'ਚ ਨਾ ਜਾਈਏ। ਸੋ ਗੱਲ ਇਹ ਸੀ ਵੀ ਟੋਟਲ ਕਬਜ਼ੇ 'ਚ ਲੈ ਲਿਆ, ਅਤੇ ਇਹਦੇ ਬਾਰੇ ਹੁਣ ਕੋਈ ਵਿਸਥਾਰ ਦੱਸਣ ਦੀ ਕਿਸੇ ਨੂੰ ਵੀ ਲੋੜ ਨਹੀਂ ਵੀ ਉਹ ਹੁਣ ਬਾਦਲ। ਪਹਿਲੀ ਗੱਲ ਤਾਂ ਉਹ ਅਕਾਲੀ ਦਲ ਨਹੀਂ ਰਿਹਾ ਪੰਥ ਦਾ, ਉਹ ਪੰਜਾਬੀ ਪਾਰਟੀ ਉਹਨਾਂ ਨੇ ਓਫੀਸ਼ਲੀ ਬਣਾ ਦਿੱਤੀ ਮਤਾ ਪਾ ਕੇ, ਉਹਦਾ ਕਰੈਕਟਰ ਬਦਲ ਗਿਆ। ਫਿਰ ਉਹ ਪਰਿਵਾਰ ਦਾ ਰਹਿ ਗਿਆ, ਉੱਥੇ ਕੋਈ ਡੈਮੋਕ੍ਰੇਸੀ ਨਹੀਂ, ਅਤੇ ਪੰਥਕ ਸਰੋਕਾਰਾਂ ਦੀ ਥਾਂ ਨਿੱਜੀ ਸਰੋਕਾਰ ਜਿਹੜੇ ਨੇ ਉਹ ਭਾਰੂ ਹੋ ਗਏ। ਅਤੇ ਇਸ ਕਰਕੇ ਉਹ ਤੋਂ ਜਿਹੜਾ ਹੈਗਾ ਲੋਕਾਂ ਦਾ ਬੁਰੀ ਤਰ੍ਹਾਂ ਕਹਿ ਲਓ ਕਿ ਮਨ ਖੱਟਾ ਹੋਇਆ ਹੈ।
ਇਹ ਪਿਛਲੀ ਇਲੈਕਸ਼ਨ 'ਚ ਵੀ ਜ਼ਾਹਰ ਹੋ ਗਿਆ ਸੀ, ਜਦੋਂ ਉਹਨਾਂ ਨੂੰ ਬਹੁਤ ਘੱਟ ਸੀਟਾਂ ਮਿਲੀਆਂ। ਐਤਕੀ ਉਹਨਾਂ ਨੂੰ ਪੂਰੀ ਉਮੀਦ ਸੀ ਵੀ ਅਸੀਂ ਉਦੋਂ ਵਧਾਵਾਂਗੇ, ਪਰ ਐਤਕਾਂ ਜੋ ਹਾਲ ਹੋਇਆ ਉਹਨੇ ਤਾਂ ਮਤਲਬ ਇੱਕਦਮ ਬੌਂਦਲ ਕੇ ਰਹਿ ਗਏ ਵੀ ਇਹ ਹੋ ਕੀ ਗਿਆ। ਤੇ ਹੋਇਆ ਇਹੀ ਸੀ ਵੀ ਲੋਕ ਬਹੁਤ ਵੱਧਜਣ ਹੋ ਗਏ ਸੀ, ਬਹੁਤ ਜ਼ਿਆਦਾ। ਲੋਕਾਂ ਦਾ ਵੱਧਜਣ ਹੋਣਾ ਜੈਨੂਨ ਸੀ, ਵਾਜਬ ਸੀ, ਪਰ ਉਹਦੀ ਜਗ੍ਹਾ ਜਿਹੜੀ ਤਾਕਤ ਲਿਆਂਦੀ ਉਹਨਾਂ ਨੇ ਹਕੂਮਤ ਦੇ ਵਿੱਚ, ਉਹ ਹੋਰ ਵੀ ਅਫਸੋਸਨਾਕ ਹੈ। ਕਿਉਂਕਿ ਇਹ ਸਾਰੀ ਤੁਸੀਂ ਪੀੜ ਲੈ ਲਓ ਧਰਮ ਯੁੱਧ ਮੋਰਚੇ ਤੋਂ 1978 ਤੋਂ ਲੈ ਕੇ ਪੰਜਾਬ ਦੀ ਸਾਰੀ ਰਾਜਨੀਤੀ 'ਚ ਪੰਥਕ ਮਸਲੇ ਸੈਂਟਰ 'ਚ ਨਾ, ਟੋਟਲ ਸਰਗਰਮੀ ਪੰਥਕ ਮਸਲਿਆਂ ਤੇ ਹੋ ਰਹੀ ਹੈ। ਪੰਥ ਲੜ ਰਿਹਾ ਹੈ ਤੇ ਬੜਾ ਲਹੂ ਪੀਟਮਾ ਸੰਘਰਸ਼ ਵੀ ਲੜਿਆ, ਹਜ਼ਾਰਾਂ ਦੀ ਗਿਣਤੀ 'ਚ ਸ਼ਹੀਦੀਆਂ ਹੋਈਆਂ। ਦਿੱਲੀ 'ਚ ਕਤਲੇਆਮ ਤੇ ਹੋਰ ਥਾਵਾਂ ਤੇ ਕਿੰਨੇ ਸ਼ਹਿਰਾਂ 'ਚ ਹੋਇਆ, ਮਤਲਬ ਬੜੇ ਵੱਡੇ ਕਾਂਡ ਵਾਪਰ ਗਏ। ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਤੇ ਜੀ ਤੋਂ ਬਾਅਦ ਇੱਕ ਸਿਫਤੀ ਤਬਦੀਲੀ ਆਉਣੀ ਚਾਹੀਦੀ ਸੀ ਸਿੱਖ ਰਾਜਨੀਤੀ 'ਚ ਵੀ ਜਾਂ ਪੰਥਕ ਰਾਜਨੀਤੀ 'ਚ। ਉਹ ਆਈ ਵੀ, ਪਰ ਉਹਦੇ 'ਚੋਂ ਧਰਾਵਾਂ ਦੋ ਬਣ ਗਈਆਂ। ਇੱਕ ਜਿਹੜੇ ਆਜ਼ਾਦੀ ਲਈ ਲੜਨ ਵਾਲੇ, ਦੂਜੇ ਜਿਹੜੇ ਉਹੀ ਪਹਿਲੀ ਜੋ ਇੱਕ ਚੱਲ ਰਹੀ ਸੀ ਵੀ ਕੇਂਦਰ ਨਾਲ ਮਿਲ ਮਿਲਾ ਕੇ ਸਰਕਾਰ ਨਾਲ ਇੱਕ ਹਿੱਸੇ ਪੱਤੀ ਜੀ ਵਾਲੀ, ਬਸ ਸੌਦੇਬਾਜ਼ੀ ਵਾਲੀ ਰਾਜਨੀਤੀ। ਉਹ ਪਹਿਲਾਂ ਬਰਨਾਲੇ ਨੇ ਕੀਤੀ, ਬਰਨਾਲਾ ਗੌਰਮੈਂਟ ਵੇਲੇ। ਚਲੋ ਉਹਦੇ 'ਚ ਫੇਰ ਵੀ ਬੈਠੇ ਸੀ ਬੰਦੇ, ਪੰਥਕ ਬਹੁਤ ਵੱਡੀ ਲੌਬੀ ਬੈਠੀ ਸੀ। ਉਹ ਆਪਦੀ ਮਰਜ਼ੀ ਮੁਤਾਬਕ ਨਹੀਂ ਸੀ ਚੱਲ ਸਕਦਾ ਤੇ ਇਸ ਕਰਕੇ ਉਦੋਂ ਉਹ ਕੁਛ ਉਹਦਾ ਉਹਨੂੰ ਚੈੱਕ ਲੱਗਿਆ। ਪਰ ਜਦੋਂ ਹੁਣ ਬਾਦਲ ਆਇਆ, ਮਤਲਬ ਫਿਰ ਤਾਂ ਨੇ ਖੁੱਲੀਆਂ ਖੇਡਾਂ ਖੇਡੀਆਂ। ਉਹ ਤਾਂ ਆਪਾਂ ਨੂੰ ਹੁਣ ਕੁਛ ਵੀ ਦੱਸਣ ਦੀ ਲੋੜ ਨਹੀਂ। ਤੇ ਜਿਹਦਾ ਨਤੀਜਾ ਇਹ ਹੋ ਗਿਆ, ਮਤਲਬ ਅਨਫਾਰਚੂਨੇਟ ਇਹ ਹੋਇਆ ਬਈ ਮਸਲੇ ਪੰਥਕ, ਮਾਰਾਂ ਪੰਥ ਖਾ ਰਿਹਾ, ਲਹੂ ਪੰਥ ਦਾ ਡੁੱਲ ਰਿਹਾ, ਸਾਰਾ ਕੁਛ ਭੋਗ ਪੰਥ ਰਿਹਾ। ਤੇ ਲੋਕਾਂ ਨੇ ਕਿਹਨੂੰ ਚੁਣਿਆ? ਜਿਨ੍ਹਾਂ ਦਾ ਪੰਥਕ ਨਾਲ ਕੋਈ ਸਰਕਾਰ ਹੀ ਨਹੀਂ, ਕਿਤੇ ਕਿਸੇ ਵੀ ਮਨ ਦੇ ਕੋਨੇ 'ਚ ਆਮ ਆਦਮੀ ਪਾਰਟੀ ਦਾ ਕੋਈ ਪ੍ਰੋਗਰਾਮ ਨਹੀਂ। ਤੇ ਭਗਵੰਤ ਮਾਨ ਜਿਹੜਾ ਉਹਨਾਂ ਦਾ ਫੇਸ ਬਣ ਕੇ ਉੱਭਰਿਆ, ਉਹ ਬਿਲਕੁਲ ਹੀ ਉਹਦੀ ਹੈ ਹੀ ਨਹੀਂ ਕਿਤੇ ਉਹ ਵੀ ਉਹਦੇ ਵਿੱਚ ਕੋਈ ਸਿੱਖੀ ਜਾਂ ਪੰਥ ਹੋਵੇ। ਹੁਣ ਇਸ ਗੱਲ ਦੀ ਵਿਆਖਿਆ ਕੀ ਬਣਦੀ ਹੈ, ਸੋਚਣ ਵਾਲਾ ਮਸਲਾ। ਇਹ ਤੇ ਹੁਣ ਤੱਕ ਬਹੁਤ ਵੱਡੇ ਵਿਚਾਰ ਵਟਾਂਦਰੇ ਹੋਣੇ ਚਾਹੀਦੇ ਸੀ। ਮਤਲਬ ਬੈਠ ਕੇ ਸਿਰ ਜੋੜ ਕੇ ਤੇ ਵਿਚਾਰਾਂ ਹੋਣੀਆਂ ਚਾਹੀਦੀਆਂ ਸੀ ਵੀ ਇਹ ਕਿਉਂ ਐ ਵਾਪਰ ਗਿਆ ਯਾਰ। ਤੇ ਜਿਹੜਾ ਸਭ ਤੋਂ ਵੱਧ ਨਿਰਾਸ਼ਾਜਨਕ ਪਹਿਲੂ ਆ ਸਾਡੇ ਹਾਲਾਤ ਦਾ, ਉਹ ਇਹ ਹੈ ਵੀ ਤੁਹਾਨੂੰ ਕੋਈ ਦਿਸਦਾ ਯਤਨ ਕਿਤੇ ਵੀ ਕਿਉਂ ਵਾਪਰ ਗਿਆ। ਆਤਮ ਚੀਨਣ ਦਾ ਕਿਤੇ ਬੰਦਿਆਂ ਨੂੰ ਲੋੜ ਲੱਗੀ ਹੋਵੇ, ਕਿਉਂਕਿ ਸਾਰੇ ਸਮੇਂ ਦੌਰਾਨ ਬਾਦਲ ਦਲ ਦਾ ਤਾਂ ਪਤਾ ਲੱਗ ਗਿਆ ਸੀ ਜੋ ਕਰ ਰਿਹਾ ਹੈ, ਤੇ ਉਹਦਾ ਬਦਲ ਦੇਣ ਦੇ ਯਤਨ ਨਿਰੰਤਰ ਰਹੇ। ਤੇ ਪੰਥ ਬੈਠਾ ਨਹੀਂ, ਪੰਥ ਨੇ ਸੰਘਰਸ਼ ਕੀਤੇ ਕਿੱਡੇ ਕਿੱਡੇ ਮੋਟੇ। ਜੇ ਤੂੰ ਦੇਖ ਲੈ ਵੀ ਜਿਹੜੇ ਪਹਿਲਾਂ ਸਿਰਸੇ ਵਾਲਾ ਕਾਂਡ, ਫਿਰ ਰਾਜੋਆਣੇ ਵਾਲੇ ਤੇ ਕਿੱਡੀ ਪੰਥਕ ਲਾਮਬੰਦੀ ਹੋਈ ਹੈ, ਫਿਰ ਬੇਅਦਬੀ ਦੇ ਮੁੱਦੇ ਤੇ ਉਹ ਤਾਂ ਕਿੱਡੀ ਹੋਈ, ਬਹੁਤ ਵੱਡੀ। ਤੇ ਉਹਦੇ ਸਾਰੇ ਚੋਂ 1995 ਤੋਂ ਬਾਅਦ 97 ਤੋਂ ਬਾਅਦ ਉਹ ਜਿਹੜੀ ਧਾਰਾ ਚੱਲ ਪਈ ਸੀ, ਪਹਿਲਾਂ ਉਹ ਹਥਿਆਰਬੰਦ ਸੰਘਰਸ਼ ਲੜਦੀ ਸੀ, ਮੁੜ ਕੇ ਉਹ ਚੱਲੋ ਇਸ ਫੀਲਡ 'ਚ ਆ ਕੇ, ਰਾਜਨੀਤੀ ਦੇ ਫੀਲਡ 'ਚ ਆ ਕੇ ਸਰਗਰਮ ਹੋਏ ਵੀ ਨਿਸ਼ਾਨਾ ਆਜ਼ਾਦੀ ਹੈ। ਉਹਨੂੰ ਲੋਕਾਂ ਨੇ ਕਬੂਲਿਆ ਕਿ ਨਹੀਂ ਕਬੂਲਿਆ? ਬਾਦਲ ਦਲ ਦੇ ਮੁਕਾਬਲੇ। ਮਤਲਬ ਆਪਾਂ ਇਹਦੇ ਹੁਣ ਡਿਟੇਲ 'ਚ ਨਾ ਜਾਈਏ, ਇਸ ਹਰ ਇੱਕ ਨੂੰ ਦਿਸਦਾ ਜਿਹੜਾ ਦੇਖਣਾ ਚਾਹੁੰਦਾ ਹੈ ਵੀ ਬਾਦਲ ਦਲ ਦਾ ਉਹ ਬਾਦਲ ਨਹੀਂ ਦੇ ਉੱਭਰ ਕੇ ਲੋਕਾਂ ਨੇ ਨਹੀਂ ਕਬੂਲ ਕੀਤਾ। ਵੱਡੇ ਹਿੱਸੇ ਛੋਟੇ ਛੋਟੇ ਵਰਗ ਜੇ ਨਾ ਆਪਦੀ ਸਪੋਰਟ ਦੇ, ਉਹ ਵੀ ਦਾਇਰਾ ਸੁੰਗੜਿਆ ਹੈ ਪਿਛਲੇ ਪੀੜ 'ਚ। ਐਡਾ ਵੱਡਾ ਕਿਸਾਨ ਅੰਦੋਲਨ ਜਦੋਂ ਲੱਖਾਂ ਦੀ ਗਿਣਤੀ 'ਚ ਨੌਜਵਾਨ ਹਰਕਤ 'ਚ ਆਇਆ,
ਜਿੱਥੇ ਫਿਰ ਦੀਪ ਸਿੱਧੂ ਦਾ ਵਰਤਾਰਾ ਆਇਆ। ਦੀਪ ਸਿੱਧੂ ਇੱਕ ਮਤਲਬ ਫੇਸ ਬਣ ਕੇ ਉੱਭਰਿਆ ਤੇ ਉਸ 'ਚ ਮਤਲਬ ਇਹ 'ਚ ਆਪਾਂ ਕਹੀਏ ਵੀ ਆਪਾਂ ਕਿਸੇ ਧਿਰਾਂ ਨੇ ਜਿਹੜੀਆਂ ਆਜ਼ਾਦੀ ਵਾਲੀਆਂ ਸੀ ਉਹਨਾਂ ਨੇ ਕੁਝ ਗੇਨ ਕੀਤਾ ਹੋਵੇ, ਜਿਹੜਾ ਦਿਖਾਇਆ ਜਾ ਸਕੇ, ਦਿਸਦਾ ਹੋਵੇ ਵੀ ਉਦੋਂ ਬਾਅਦ ਉਹਨਾਂ ਦੀ ਤਾਕਤ ਬੜੀ ਵੱਧ ਗਈ। ਉਹ ਨਹੀਂ ਹੋਇਆ। ਹਾਂ, ਇਲੈਕਸ਼ਨ 'ਚ ਦੀਪ ਸਿੱਧੂ ਨੇ ਕਿਉਂਕਿ ਮਾਨ ਦਲ ਨਾਲ ਦਾ ਸਪੋਰਟ ਕੀਤੀ, ਉਹਦੇ ਆਪਦੇ ਉਹ ਸੀਗਾ ਵੀ ਉਹਨੇ ਕਿਉਂ ਕੀਤੀ, ਆਪਾਂ ਉਹਦੇ 'ਚ ਨਾ ਜਾਈਏ, ਪਰ ਉਹਦਾ ਫਾਇਦਾ ਮਾਨ ਦਲ ਨੂੰ ਬਹੁਤ ਹੋਇਆ। ਤੇ ਅੱਜ ਦੀ ਡੇਟ 'ਚ ਜੇ ਅਸੀਂ ਦੇਖੀਏ, ਇਸ ਵੇਲੇ ਲੈ ਦੇ ਕੇ ਬਾਕੀ ਸਾਰੀਆਂ ਧਿਰਾਂ ਦੇ ਮੁਕਾਬਲੇ ਜਿਹੜੀਆਂ ਆਜ਼ਾਦੀ ਲਈ ਲੜ ਰਹੀਆਂ ਨੇ, ਉਹ ਮਾਨ ਦਲ ਹੀ ਸੈਂਟਰ ਸਟੇਜ 'ਤੇ ਹੈ। ਨੌਜਵਾਨ ਜਿਹੜੀ ਨਵੀਂ ਜਨਰੇਸ਼ਨ, ਨਵੀਂ ਜਵਾਨੀ ਆ ਗਈ, ਉਹਦੇ 'ਚ ਮਾਨ ਦਲ, ਖਾਸ ਕਰਕੇ ਸਿਮਰਨਜੀਤ ਸਿੰਘ ਮਾਨ, ਉਹ ਲੋਕਾਂ ਦੇ ਜਿਵੇਂ ਖਿੱਚ ਦਾ ਕੇਂਦਰ ਬਣਿਆ ਹੋਇਆ ਤੇ ਉਹਨਾਂ ਬਾਰੇ ਇੱਕ ਨੈਰੇਟਿਵ ਵੀ ਸਿਰਜਿਆ ਗਿਆ, ਉਹਨਾਂ ਦੀ ਕੁਰਬਾਨੀ, ਉਹਨਾਂ ਦਾ ਸਭ ਕੁਝ, ਜਿਹਦੇ ਕਰਕੇ ਉਹ ਮਤਲਬ ਇੱਕ ਧੁਰਾ ਬਣ ਕੇ ਉੱਭਰਿਆ ਹੈ। ਪਰ ਇਹਦੇ 'ਚ ਇੱਕ ਬਹੁਤ ਹੀ ਅਨਫਾਰਚੂਨੇਟ ਡਿਵੈਲਪਮੈਂਟ ਹੋ ਗਈ ਕਿ ਪਹਿਲਾਂ ਜਿਹਨੂੰ ਅਸੀਂ ਪੰਥਕ ਧਿਰਾਂ ਕਹਿੰਦੇ ਆ, ਉਹ ਸੀ ਜਿਹੜੀਆਂ ਖਾੜਕੂ ਲਹਿਰ ਦੀ ਵਿਰਾਸਤ ਨੂੰ ਲੈ ਕੇ ਚੱਲ ਰਹੀਆਂ ਸੀ ਕਿ ਖਾੜਕੂ ਲਹਿਰ ਦਾ ਨਿਸ਼ਾਨਾ ਖਾਲਿਸਤਾਨ, ਤੇ ਜਿਹੜੀਆਂ ਉਹਦੇ 'ਚ ਸ਼ਹੀਦੀਆਂ ਹੋਈਆਂ, ਕੁਰਬਾਨੀਆਂ ਹੋਈਆਂ, ਉਹਨਾਂ ਨੂੰ ਅਪਹੋਲਡ ਕਰਨਾ, ਖਾੜਕੂ ਲਹਿਰ ਨੂੰ ਅਪਹੋਲਡ ਕਰਨਾ, ਕਿਉਂਕਿ ਖਾੜਕੂ ਲਹਿਰ ਨੂੰ ਬਦਨਾਮ ਕਰਨ ਦੇ ਅਨੇਕਾਂ ਯਤਨ ਹੋਏ ਨੇ ਸਰਕਾਰ ਵੱਲੋਂ, ਤੇ ਸਰਕਾਰ ਨੇ ਸਿੱਖਾਂ ਦੇ ਅੰਦਰਲੇ ਐਲੀਮੈਂਟ ਵੀ ਵਰਤੇ ਹੈ। ਪਰ ਆ ਇੱਕ ਜਿਹੜਾ ਕੈਂਪ ਉੱਭਰਿਆ ਸੀਗਾ, ਜਿਹਨੂੰ ਪੰਥਕ ਧਿਰਾਂ ਕਹਿੰਦੇ ਆ, ਉਹਨਾਂ ਦਾ ਇੱਕ ਕ੍ਰਾਈਟੇਰੀਆ, ਮਾਪਦੰਡ ਇਹ ਸੀ ਕਿ ਉਹ ਉਸ ਵਿਰਾਸਤ ਨੂੰ ਅਪਹੋਲਡ ਕਰ ਰਹੇ ਸੀ। ਪਰ ਹੁਣ ਖਾਸ ਕਰਕੇ ਮਾਨ ਦਲ ਦੀਆਂ ਜਿਹੜੀਆਂ ਪੋਜੀਸ਼ਨਾਂ ਨੇ, ਉਹ ਮਤਲਬ ਇਹ ਹੈ ਕਿ ਉਹਨਾਂ ਨੇ ਜਿਹੜੀ ਖਾੜਕੂ ਲਹਿਰ ਹੈ, ਉਹ 'ਤੇ ਵੀ ਇੱਕ ਜਿਵੇਂ ਇਕੱਲਾ ਕੁਐਸਚਨ ਮਾਰਕ ਨਹੀਂ, ਉਸ ਦੀ ਸਾਰੀ ਜਿਹੜੀ ਭਰੋਸੇਯੋਗਤਾ 'ਤੇ ਸਵਾਲ ਖੜੇ ਕਰਤੇ। ਮਤਲਬ ਖਾੜਕੂ ਜਰਨੈਲਾਂ 'ਤੇ, ਉਹਨਾਂ ਦੀ ਇਮਾਨਦਾਰੀ 'ਤੇ, ਉਹਨਾਂ ਦੀ ਕੁਰਬਾਨੀ 'ਤੇ, ਉਹਨਾਂ ਦੀਆਂ ਸ਼ਹਾਦਤਾਂ 'ਤੇ, ਬਲ ਇਸ ਹੱਦ ਤੱਕ ਵੀ ਉਹ ਸਰਕਾਰ ਨਾਲ ਰਲੇ ਹੋਏ ਸੀ। ਇਹ ਦੋਸ਼ ਤਾਂ ਸਿਰੇ ਦਾ ਨਾ, ਤੁਸੀਂ ਉਹਨਾਂ ਦੇ ਕਿਸੇ ਫੈਸਲੇ ਨਾਲ ਅਸਹਿਮਤ ਹੋ ਸਕਦੇ ਹੋ, ਇਹ ਤਾਂ ਕੋਈ ਅਨਨੈਚੁਰਲ ਗੱਲ ਨਹੀਂ ਹੁੰਦੀ, ਗੈਰ ਕੁਦਰਤੀ ਨਹੀਂ ਹੁੰਦੀ। ਲਹਿਰਾਂ 'ਚ ਜੋ ਵੀ ਫੈਸਲੇ ਹੁੰਦੇ ਨੇ, ਉਹਦੇ ਨਾਲ ਅਸਹਿਮਤੀ ਹੋ ਸਕਦੀ ਹੈ, ਈਵਨ ਉਹ ਗਲਤ ਵੀ ਹੋ ਸਕਦੇ ਨੇ, ਇਹ ਵਾਪਰਦਾ ਲਹਿਰਾਂ 'ਚ। ਪਰ ਤੁਸੀਂ ਇਹ ਕਹੋ ਵੀ ਇਹ ਤਾਂ ਏਜੰਸੀਆਂ ਦੇ ਬੰਦੇ ਸੀ, ਜਿਨ੍ਹਾਂ ਨੇ ਇੰਨੇ ਆਪਦੇ ਘਰ-ਬਾਰ ਉਜਾੜ ਲਏ, ਕਈਆਂ ਦੇ ਪਰਿਵਾਰਾਂ ਦੇ ਮੈਂਬਰ ਸ਼ਹੀਦ ਹੋ ਗਏ ਨੇ ਸਿਰਫ ਉਹਨਾਂ ਕਰਕੇ, ਘਰ ਉਜਾੜੇ ਨੇ, ਉਹਨਾਂ ਨੂੰ ਵੀ ਕਹਿਣਾ ਏਜੰਸੀਆਂ ਦੇ ਬੰਦੇ ਸੀ। ਤੇ ਉਹਨਾਂ ਨੇ ਜਿਹੜੇ ਬੰਦੇ ਉਦੋਂ ਗਦਾਰ ਕਹਿ ਕੇ ਮਾਰੇ, ਤੁਹਾਡੀ ਇਹ ਤਾਂ ਸਹਿਮਤੀ ਹੋ ਸਕਦੀ ਹੈ ਵੀ ਯਾਰ ਗਲਤ ਕਿਹਾ, ਉਹਨਾਂ ਨੂੰ ਕੌਮੀ ਸ਼ਹੀਦ ਤੇ ਉਸ ਜਿਹੜੇ ਨਾਇਕ ਨੇ ਖਾੜਕੂ ਲਹਿਰ ਦੇ, ਉਹਨਾਂ ਨੂੰ ਸਰਕਾਰੀ ਬੰਦੇ ਕਹਿਣਾ। ਇਹ ਹੁਣ ਨਵੀਂ ਸਿਚੁਏਸ਼ਨ ਪੈਦਾ ਹੋ ਗਈ ਮਾਂ, ਪਰ ਇਹਦੇ ਬਾਵਜੂਦ ਮਕਬੂਲੀਅਤ ਵੱਧ ਗਈ ਹੈ ਨਵੀਂ ਜਨਰੇਸ਼ਨ 'ਚ। ਸੋ ਇਹ ਦੂਜੀਆਂ ਪੰਥਕ ਧਿਰਾਂ ਦੇ ਸੋਚਣ ਲਈ ਬਹੁਤ ਵੱਡਾ ਸਵਾਲ ਹੈ, ਤੇ ਅਜੇ ਤੱਕ ਕਿਸੇ ਵੀ ਧਿਰ ਨੇ ਇਸ 'ਚ ਸੰਜੀਦਗੀ ਨਹੀਂ ਦਿਖਾਈ। ਇਹਦੀ ਵਜ੍ਹਾ ਕੀ ਬਣੀ ਹੈ, ਇਹਨੂੰ ਸੋਚਿਆ ਜਾਵੇ, ਵਿਚਾਰਿਆ ਜਾਵੇ। ਸੋ ਲੈ ਦੇ ਕੇ ਆਪਾਂ ਜਿਹੜੀ ਪਹਿਲਾਂ ਗੱਲ ਕੀਤੀ ਸੀ ਕਿ ਇੰਨੇ ਚਿਰ ਤੋਂ ਬਾਦਲ ਦਾ ਬਦਲ ਦੇਣ ਦੇ ਯਤਨ ਹੋ ਰਹੇ ਨੇ, ਰਲਕੇ ਵੀ ਹੋ ਰਹੇ ਨੇ, ਇਕੱਠ ਹੋਏ ਨੇ, ਸੰਘਰਸ਼ ਹੋਏ ਨੇ, ਮੀਟਿੰਗਾਂ ਹੋਈਆਂ, ਮਸਲੇ ਆਏ ਨੇ, ਇਹਨੂੰ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਆਇਆ। ਕਿਸੇ ਮੌਕੇ ਕਿਸਾਨ ਯੂਨੀਅਨਾਂ ਵੀ ਨਾਲ ਸੀਗੀਆਂ, ਸਾਰੀਆਂ ਹਿਊਮਨ ਰਾਈਟਸ ਜਥੇਬੰਦੀਆਂ ਨਾਲ ਸੀ, ਤੇ ਹੋਰ ਵੀ ਬੜੇ ਸੈਕਸ਼ਨ ਨਾਲ ਸੀ, ਪਰ ਉਹ ਬਦਲ ਨਹੀਂ ਦੇ ਸਕਿਆ ਕੋਈ। ਇੱਕ ਪਾਸੇ ਬਾਦਲ ਬਿਲਕੁਲ ਹੀ ਛੱਡ ਕੇ ਪੰਥਕ ਮਸਲੇ ਆਪਦੇ ਦੂਜੀ ਪੋਲਿਟਿਕਸ ਦੇ ਰਾਹ ਪੈ ਗਿਆ,
ਪਰ ਉਹਦਾ ਬਦਲ ਫੇਰ ਨਹੀਂ ਕੋਈ ਹੋ ਰਿਹਾ। ਇਹਦਾ ਕੋਈ ਨਾ ਕੋਈ ਕਾਰਨ ਤਾਂ ਹੋਊ ਨਾ। ਤੇ ਮੇਰੇ ਮੁਤਾਬਕ ਇਹ ਹੈ ਵੀ ਸਭ ਤੋਂ ਜਿਹੜਾ ਨਿਰਾਸ਼ਾਜਨਕ ਜਾਂ ਅਫਸੋਸਨਾਕ ਗੱਲ ਹੈ, ਕਿਤੇ ਗੰਭੀਰ ਯਤਨ ਹੀ ਨਹੀਂ ਵੀ ਬਹਿ ਕੇ ਵਿਚਾਰਾਂ ਹੀ ਕਰ ਲਈਏ। ਤੇ ਉਹ ਮਤਲਬ ਜਿਵੇਂ ਡੰਗ ਟਪਾਊ ਸਿਆਸਤ ਚੱਲ ਰਹੀ ਹੈ ਵੀ ਹੁਣ ਐਂ ਕਰਕੇ ਦੇਖ ਲਈਏ, ਹੁਣ ਐਂ ਕਰਕੇ ਦੇਖ ਲਈਏ। ਕੋਈ ਤੁਹਾਡੀ ਸਟ੍ਰੈਟਜੀ ਤਾਂ ਹੋਵੇ ਨਾ ਕੰਸਿਸਟੈਂਟ, ਉਹਦੇ ਨਾਲ ਮੇਲ ਖਾਂਦੇ ਟੈਕਟਿਕਸ ਹੋਣ। ਇਹੋ ਜਿਹੀਆਂ ਸਰਗਰਮੀਆਂ ਹੋ ਰਹੀਆਂ ਨੇ ਜਿਨ੍ਹਾਂ ਦੇ ਉਹਦੇ ਨਾਲ ਕੋਈ ਮੇਲ ਨਹੀਂ ਬਣ ਰਿਹਾ, ਉਹ ਫਿਰ ਸ਼ਕਤੀ ਖਿੰਡ ਰਹੀ ਹੈ। ਸੋ ਲੈ ਦੇ ਕੇ ਮਤਲਬ ਨਿਰਾਸ਼ਾਜਨਕ ਸਥਿਤੀ ਹੈ। ਪਰ ਮਾਨ ਦਲ ਨੂੰ ਫਾਇਦਾ ਹੋ ਗਿਆ ਦੀਪ ਸਿੱਧੂ ਦੀ ਪਾਪੂਲੈਰਿਟੀ ਦਾ। ਸੋ ਜਿਵੇਂ ਤੁਸੀਂ ਜ਼ਿਕਰ ਕੀਤਾ ਬਈ ਜੋ ਅਕਾਲੀ ਦਲ ਹੈਗਾ ਉਹ ਆਪਦੇ ਪੰਥਕ ਸਰੋਕਾਰਾਂ ਨੂੰ ਬਹੁਤ ਪਿੱਛੇ ਛੱਡ ਚੁੱਕਿਆ, ਅਤੇ ਜਿਹੜਾ ਬਾਦਲ ਦਲ ਹੈ ਜਿਹੜਾ ਇੰਨਾ ਚਿਰ ਇੱਕ ਸਿੱਖਾਂ ਦੀ ਨੁਮਾਇੰਦਾ ਦਲ ਬਣ ਕੇ ਉਹਨੇ ਸਿੱਖਾਂ ਦੀ ਅਗਵਾਈ ਕੀਤੀ, ਉਹ ਵੀ ਹੁਣ ਲਾਂਭੇ ਜਿਹੇ ਹੋਇਆ ਬੈਠਾ। ਕੀ ਜਿਹੜੀਆਂ ਪੰਥਕ ਧਿਰਾਂ ਨੇ ਉਹਨਾਂ ਨੂੰ ਇਸ ਚੀਜ਼ ਦੀ ਖੁਸ਼ੀ ਮਨਾਉਣੀ ਚਾਹੀਦੀ ਹੈ ਵੀ ਬਾਦਲਾਂ ਤੋਂ ਛੁਟਕਾਰਾ ਮਿਲ ਗਿਆ? ਦੇਖੋ, ਜੇ ਤਾਂ ਇਹਨੂੰ ਆਪਾਂ ਇੱਕ ਤੰਗ ਨਜ਼ਰ ਜਿਹੜੀ ਪੋਲੀਟਿਕਸ ਹੁੰਦੀ ਆ ਉਸ ਪੁਆਇੰਟ ਆਫ ਵਿਊ ਤੋਂ ਦੇਖੀਏ, ਫਿਰ ਤਾਂ ਖੁਸ਼ੀ ਵੀ ਜਿਹੜੀ ਗੱਲ ਨੂੰ ਉਹ ਆਪ ਨਹੀਂ ਕਰ ਸਕੇ ਉਹ ਇੱਕ ਹੋਰ ਧਿਰ ਨੇ ਕਰਤਾ। ਪਰ ਉਹ ਧਿਰ ਜਿਹੜੀ ਪੰਥ ਲਈ ਬਹੁਤ ਹੀ ਖਤਰਨਾਕ ਤੇ ਘਾਤਕ ਹੈ। ਤੇ ਉੱਥੋਂ ਦੇਖੀਏ, ਪੰਥ ਦੇ ਹਿੱਤਾਂ ਤੋਂ ਦੇਖੀਏ, ਇਹ ਤੇ ਖੁਸ਼ ਹੋਣ ਵਾਲੀ ਕੋਈ ਗੱਲ ਨਹੀਂ ਹੋਣੀ ਚਾਹੀਦੀ। ਕਿਉਂਕਿ ਅਕਾਲੀ ਦਲ ਦੀ ਜਿਹੜੀ ਹੋਂਦ ਦਾ ਮਸਲਾ ਹੁਣ ਖੜਾ ਹੋ ਗਿਆ, ਹੋਂਦ ਦਾ ਮਸਲਾ ਖੜਾ ਹੋ ਗਿਆ, ਐਡਾ ਸਫਾਇਆ ਕਦੇ ਨਹੀਂ ਸੀ ਹੋਇਆ ਵੀ ਇਹ ਕਾਇਮ ਰਹੂ ਕਿ ਨਹੀਂ ਰਹੂ। ਅਕਾਲੀ ਦਲ ਕਾਇਮ ਰਹਿਣਾ ਚਾਹੀਦਾ ਕਿਉਂਕਿ ਇੱਕ ਪੰਜਾਬ ਤੇ ਪੰਥ ਦੇ ਹਿੱਤਾਂ ਦੀ। ਪਰ ਦੂਜੇ ਬੰਦੇ ਕਹਿੰਦੇ ਨੇ ਅਸੀਂ ਉਹਦਾ ਬਦਲ ਦੇ ਰਹੇ ਹਾਂ। ਤੂੰ ਦੇਖੋ ਨਾ ਕਿੰਨੇ ਅਕਾਲੀ ਦਲ ਨੇ, ਨਾਮ ਨਹੀਂ ਯਾਦ, ਉਹ ਕੋਈ ਨਾਮ ਰੱਖ ਕੇ ਅਕਾਲੀ ਦਲ, ਕੋਈ ਨਾਮ ਰੱਖ ਕੇ, ਮੇਰੇ ਖਿਆਲ ਅੱਧੀ ਦਰਜਨ ਹੋਣਗੇ ਅਕਾਲੀ ਦਲ। ਪਰ ਉਹ ਕਿਤੇ ਵੀ ਹੈ ਉਹ ਬਾਦਲ ਦਲ ਦਾ ਉਹ ਬਾਦਲ ਬਣ ਸਕਣ, ਲੋਕਾਂ ਨੇ ਕਬੂਲਿਆ ਹੋਵੇ, ਪਰ ਫੇਰ ਨਹੀਂ, ਕਿਤੇ ਵੀ ਨਹੀਂ ਉਹ ਰੀਥਿੰਕ ਕਰ ਰਹੇ। ਦੂਜੀ ਗੱਲ, ਇਹ ਮੈਂ ਦਾਅਵੇ ਨਾਲ ਕਹਿ ਸਕਦਾ ਉਹਨਾਂ 'ਚੋਂ ਮੈਜੋਰਟੀ ਉਹ ਨੇ ਜਿਹੜੇ ਕਿਸੇ ਪੱਖੋਂ ਵੀ ਬਾਦਲ ਨਾਲੋਂ ਚੰਗੇ ਨਹੀਂ। ਜਿਹੜਾ ਉਹਨਾਂ ਦਾ ਮੋਰਲ ਕਰੈਕਟਰ ਹੈ, ਨੈਤਿਕ ਕਿਰਦਾਰ ਹੈ ਜਾਂ ਪੰਥਕ ਕਮਿਟਮੈਂਟ ਹੈ, ਉਦੋਂ ਵੀ ਮਾੜੀ ਹੈ। ਸਿਰਫ ਇਹ ਵੀ ਉਹਨਾਂ ਨੂੰ ਰਾਜ ਕਰਨ ਦਾ ਮੌਕਾ ਨਹੀਂ ਮਿਲ ਰਿਹਾ। ਜੇ ਕਿਤੇ ਰਾਜ ਕਰਨ ਦਾ ਉਹਨਾਂ ਨੂੰ ਮੌਕਾ ਮਿਲ ਜਾਂਦਾ, ਚਲੋ ਤਾਂ ਜੇ ਹੈ ਨਾ, ਪਰ ਹੁਣ ਹਕੀਕਤ ਇਹ ਹੈ ਬਾਦਲ ਨੂੰ ਰਾਜ ਕਰਨ ਦਾ ਮੌਕਾ ਮਿਲਿਆ ਕਿਉਂਕਿ ਇਹ ਰਾਜ ਕੀਤਾ ਇਹਨੇ। ਇਹਦੇ ਫਿਰ ਗੁਨਾਹ ਵੀ ਬਹੁਤ ਵੱਡੇ ਹੈ। ਦੂਜਿਆਂ ਦੇ ਗੁਨਾਹ ਅਜੇ ਇਸ ਕਰਕੇ ਨਹੀਂ ਕਿ ਉਹਨਾਂ ਨੂੰ ਮੌਕਾ ਨਹੀਂ ਮਿਲਿਆ। ਸੋ ਆਪਾਂ ਨੂੰ ਅਜੇ ਨਹੀਂ ਉਹਨਾਂ ਨੂੰ ਇਹ ਗੱਲ ਨਹੀਂ ਕਹਿ ਸਕਦੇ, ਪਰ ਬਾਦਲ ਤਾਂ ਸਾਹਮਣੇ ਹੀ ਹੈ ਨਾ। ਹੁਣ ਇਹ ਹੈ ਕਿ ਬਾਦਲ ਦਲ ਐਤਕੀ ਜੋ ਰਿਜ਼ਲਟ ਆਏ, ਹੁਣ ਤੱਕ ਤਾਂ ਉਹ ਬੌਂਦਲ ਗਏ ਸੀ ਵੀ ਇਹਨੂੰ ਕਿਵੇਂ ਕਰੀਏ। ਇਹ ਪਹਿਲੀ ਵਾਰ ਸਥਿਤੀ ਉਹਨਾਂ ਦੇ ਸਾਹਮਣੇ ਪਰ ਪੈਦਾ ਹੋਈ, ਬਾਦਲ ਦਲ ਸਾਹਮਣੇ, ਵੀ ਹੁਣ ਕਿਵੇਂ ਸਰਵਾਈਵਲ ਕਿਵੇਂ ਹੋ ਸਾਡਾ। ਰਿਵਾਈਵਲ ਤਾਂ ਦੂਰ ਹੈ ਨਾ ਗੱਲ, ਪਹਿਲਾਂ ਤਾਂ ਸਰਵਾਈਵਲ ਦੀ ਹੈ, ਹੋਂਦ ਕਾਇਮ ਰੱਖੀਏ, ਫਿਰ ਦੇਖਾਂਗੇ ਵੀ ਮੁੜ ਕੇ ਉੱਭਰਦੇ ਹਾਂ ਕਿ ਨਹੀਂ ਉੱਭਰਦੇ। ਸੋ ਤਾਂ ਹੁਣ ਹੋਂਦ ਦੀ ਲੜਾਈ ਲੜ ਰਹੇ ਨੇ। ਇਹ ਜਿਹੜੀਆਂ ਮੀਟਿੰਗਾਂ ਨੇ, ਇਹ ਜਿਹੜੇ ਯਤਨ, ਇਹ ਦੈਟ ਵੇ ਤਾਂ ਉੱਥੋਂ ਹੀ ਨਿਕਲੇ ਆ। ਹੁਣ ਪਰ ਇਹ ਹੈ ਕਿ ਸਾਨੂੰ ਇਹਦੇ ਪ੍ਰਤੀ ਸਾਡਾ ਰਵੱਈਆ ਕੀ ਚਾਹੀਦਾ। ਇੱਕ ਰਵੱਈਆ ਤਾਂ ਇਹ ਆ ਰਿਹਾ ਕਿ ਕਿਉਂਕਿ ਇਹ ਬਾਦਲਾਂ ਦੇ ਕਿਉਂਕਿ ਗੁਨਾਹ ਨਾ ਕਾਬਲੇ ਬਰਦਾਸ਼ਤ ਜਾਂ ਨਾ ਕਾਬਲੇ ਮੁਆਫ ਕਰਨ ਯੋਗ ਨਹੀਂ, ਏਡੇ ਕਰਤੇ, ਖਾਸ ਕਰਕੇ ਬੇਅਦਬੀ ਮੇਰੇ ਮੁਤਾਬਕ। ਈਵਨ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ 'ਚ ਉਹਨਾਂ ਦਾ ਰਿਕਾਰਡ ਕੀ ਆ, ਉਹ ਵੀ ਤੂੰ ਕਿਸੇ ਵੀ ਮਸਲੇ 'ਤੇ ਕੱਢ ਲਓ। ਪਰ ਸਭ ਤੋਂ ਜਿਹੜਾ ਹੈ ਕਿ ਇਹ ਵੀ ਜਿਹਨੂੰ ਮਾਫ ਹੀ ਨਹੀਂ ਕੀਤਾ ਜਾ ਸਕਦਾ, ਉਹ ਹੈਗਾ ਬੇਅਦਬੀ। ਇਹ ਜਦੋਂ 15 ਦੇ ਵਿੱਚ ਬੇਅਦਬੀ ਹੋਈ ਸੀਗੀ, ਮੈਂ ਉਦੋਂ ਇੱਕ ਪਰਮਜੀਤ ਸਿੰਘ ਗਾਜੀ ਨਾਲ ਗੱਲਬਾਤ ਕੀਤੀ ਸੀ ਸਿੱਖ ਸਿਆਸਤ ਦੀ।
ਉਦੋਂ ਮੈਂ ਇਹ ਗੱਲ ਕਹੀ ਸੀ ਕਿ ਇਹ ਐਡਾ ਵੱਡਾ ਉਹਨੇ ਗੁਨਾਹ ਕਰ ਲਿਆ, ਹੁਣ ਉਹ ਭਾਵੇਂ ਸੋਨੇ ਦਾ ਵੀ ਬਣ ਕੇ ਆ ਜਾਏ, ਹੁਣ ਸਿੱਖ ਉਹਨੂੰ ਕਬੂਲ ਨਹੀਂ ਕਰੂਗਾ, ਸਿੱਖ ਮਾਂ ਤੇ ਉਹੀ ਹੋ ਰਿਹਾ। ਪਰ ਯਤਨ ਹੈ ਹੁਣ ਅਗਲੇ ਪੋਲੀਟੀਕਲ ਉਹਨਾਂ ਦੀ ਵੀ ਉਹਨਾਂ ਦੇ ਲੋੜ ਹੈ। ਸੋ ਇਹ ਜਿਹੜੀਆਂ ਤੁਸੀਂ ਇਹਨੂੰ ਚਾਲ ਕਹਿ ਲਓ ਜਾਂ ਜੋ ਯਤਨ ਹੋ ਰਹੇ ਨੇ, 8 ਵਾਲੀ ਮੀਟਿੰਗ ਵੀ 11 ਵਾਲੀ ਵੀ ਹੋ ਤਾਂ ਰਹੀ ਹੈ ਬਾਦਲ ਦਲ ਦੇ ਆਪਦੀ ਹੋਂਦ ਨੂੰ ਕਾਇਮ ਰੱਖਣ ਦੇ ਤਰਲੇ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਹੋਣੀਆਂ ਚਾਹੀਦੀਆਂ। ਪਰ ਹੁਣ ਅਗਲਾ ਸਵਾਲ ਇਹ ਹੈ ਵੀ ਕੀ ਇਸੇ ਆਧਾਰ 'ਤੇ ਇਸ ਨੂੰ ਡਿਸਮਿਸ ਕਰ ਦਿਓ ਵੀ ਅਸੀਂ ਇਹ ਤੋਂ ਕੀ ਲੈਣਾ। ਮੈਨੂੰ ਲੱਗਦਾ ਵੀ ਇਹਦੇ ਬਾਰੇ ਥੋੜ੍ਹਾ ਸੋਚਣ ਦੀ ਲੋੜ ਹੈ ਵੀ ਸਾਡੀ ਅਸੂਲੀ ਪਹੁੰਚ ਕੀ ਹੋਣੀ ਚਾਹੀਦੀ ਹੈ, ਜਾਂ ਉਂਝ ਹੀ ਇਹੋ ਜਿਹੇ ਮਾਮਲਿਆਂ 'ਚ ਅਸੂਲ ਕੀ ਚਾਹੀਦਾ। ਜਦੋਂ ਏਕਤਾ ਹੁੰਦੀ ਹੈ ਇੱਕ ਮੋਕਲੀ ਜੀ ਏਕਤਾ, ਜੇ ਤਾਂ ਤੁਸੀਂ ਇੱਕ ਦੂਜੇ ਬਾਰੇ ਇਹ ਕਹਿਣ ਲੱਗ ਜਾਓ ਵੀ ਤੇਰਾ ਪਿਛਲਾ ਰਿਕਾਰਡ ਆ ਪਹਿਲਾਂ ਉਹ ਮੰਨ ਕੇ ਆ, ਫਿਰ ਤਾਂ ਨਾ ਪੰਥਕ ਏਕਤਾ ਹੋ ਸਕਦੀ ਹੈ ਨਾ ਪੰਥਕ ਧਿਰਾਂ ਦੀ ਏਕਤਾ ਹੋ ਸਕਦੀ, ਕਿਸੇ ਦੀ ਨਹੀਂ। ਹਰ ਇੱਕ ਦੇ ਗੁਨਾਹ ਹੈਗੇ ਆ, ਹਰ ਇੱਕ ਦਾ ਪਾਸਟ ਸਾਹਮਣੇ ਪਿਆ। ਤਾਂ ਸਰਬੱਤ ਖਾਲਸਾ ਹੋਇਆ, ਬਰਗਾੜੀ ਵਾਲਾ ਘੋਲ ਹੋਇਆ, ਅੰਦੋਲਨ ਹੋਇਆ, ਇਹ ਤਾਂ ਉਦਾਹਰਨਾਂ ਨਾ, ਹੋਰ ਕਿੰਨਾ ਕੁਛ ਹੋਇਆ। ਏਕਤਾ ਵੀ ਹੁੰਦੀ ਰਹੀ ਹੈ, ਮੁੜ ਕੇ ਟੁੱਟਦੀ ਰਹੀ ਹੈ। ਉਹ ਕੀ ਸੀ, ਕਿਤੇ ਹੈ ਉਹਦੀ ਕੋਈ ਵਿਆਖਿਆ, ਉਹ ਆਤਮ ਚੀਨਣ। ਅਗਲੀ ਏਕਤਾ ਦੀ ਫਿਰ ਕੀ ਗਰੰਟੀ ਹੋ ਜੇ ਪਹਿਲੀ ਦਾ ਕੋਈ ਵਿਆਖਿਆ ਹੀ ਨਹੀਂ, ਮਿੱਟੀ ਪਾ ਕੇ। ਸੋ ਇਹ ਸਵਾਲ ਹੈਗੇ ਨੇ ਕੁਝ ਵਿਚਾਰਨ ਵਾਲੇ ਵੀ ਇਸ ਆਧਾਰ 'ਤੇ ਤਾਂ ਕੋਈ ਸਾਂਝੀ ਮੀਟਿੰਗ ਵੀ ਨਹੀਂ ਹੋ ਸਕਦੀ, ਖਾਸ ਕਰਕੇ ਬਾਦਲ ਨਾਲ ਤਾਂ। ਤੇ ਲੈ ਦੇ ਕੇ ਹੁਣ ਬਾਦਲ ਨੂੰ ਆਪਾਂ ਉਹ ਪਰਿਵਾਰ ਦੇ ਤੌਰ 'ਤੇ ਤਾਂ ਚਲੋ ਦੇਖ ਕੇ ਨਫ਼ਰਤ ਕਰ ਸਕਦੇ ਹਾਂ, ਪਰ ਹੈ ਤਾਂ ਉਹ ਅਕਾਲੀ ਦਲ ਦਾ ਇੱਕ ਅਕਾਲੀ ਦਲ ਹੈ ਨਾ, ਜੋ ਮਰਜ਼ੀ ਬਣਾਤਾ ਉਹਨਾਂ ਨੇ। ਅਜੇ ਵੀ ਪਿੰਡਾਂ ਦੇ ਵਿੱਚ ਤੁਸੀਂ ਦੇਖੋ ਸਭ ਕੁਝ ਦੇ ਬਾਵਜੂਦ ਵੋਟ ਕਿੰਨੀ ਪਈ ਹੈ, ਸਭ ਕੁਝ ਦੇ ਐਡੇ ਗੁਨਾਹ ਕਰਕੇ ਵੀ। ਸੋ ਲੋਕਾਂ ਦੇ ਮਨਾਂ 'ਚ ਇੱਕ ਨੂੰ ਪੰਥਕ ਪਾਰਟੀ ਦੇ ਤੌਰ 'ਤੇ ਮਾਨਤਾ ਹੈਗੀ ਹੈ, ਤੇ ਇੱਕ ਕਾਮਨਾ, ਇੱਕ ਇੱਛਾ ਲੋਕਾਂ ਦੀ ਕਿ ਇਹ ਮੁੜ ਕੇ ਨੌ ਬਰਨਾਉ ਹੋਵੇ। ਇਹਨੂੰ ਤੁਸੀਂ ਵਿਸ਼ਵ ਇਹ ਨਹੀਂ ਕਰ ਸਕਦੇ। ਇਹ ਇੱਕ ਫੈਕਟ ਹੈ, ਮੰਨਣਾ ਨਾ ਮੰਨਣਾ ਇਹ ਹਰ ਇੱਕ ਦੀ ਆਪਦੀ ਚੁਆਇਸ ਹੈ ਇਹ ਫੈਕਟ। ਸੋ ਕੋਈ ਵੀ ਏਕਤਾ ਦੀ ਸਾਂਝੀ ਕਾਰਵਾਈ ਦੀ ਕੋਈ ਮੂਵ ਹੋ, ਉਹਦੇ 'ਚੋਂ ਤੁਸੀਂ ਇਹ ਕਹੋ ਵੀ ਇਹਨੂੰ ਤਾਂ ਅਸੀਂ ਚਿਮਟੇ ਨਾਲ ਵੀ ਛੂਹਣ ਨੂੰ ਤਿਆਰ ਨਹੀਂ। ਉਹ ਇੱਕ ਦੂਜੇ ਬਾਰੇ ਵੀ ਆਉਣਗੀਆਂ, ਜੇ ਉਹ ਲੌਜਿਕ ਉਹ ਫਿਰ ਗਾਹਾਂ ਵੀ ਆਊਗਾ। ਇਹ ਮੈਂ ਪਹਿਲਾਂ ਕਿਹਾ ਵੀ ਠੀਕ ਹੈ, ਦੂਜਿਆਂ ਦੇ ਗੁਨਾਹ ਉੱਡੇ ਨਹੀਂ, ਕਿਉਂਕਿ ਉਹ ਰੂਲਿੰਗ ਨਹੀਂ ਰਹੇ, ਕਿਰਦਾਰ ਉਹੇ ਜੀ ਬਹੁਤਿਆਂ ਦੇ ਜ਼ਿਆਦਾ। ਸੋ ਇਸ ਕਰਕੇ ਜੇ ਤਾਂ ਅਸੀਂ ਇਹ ਅਸੂਲ ਬਣਾ ਲਿਆ ਵੀ ਜੀ ਦੇ ਪਹਿਲਾਂ ਪਿਛਲੀਆਂ ਗੱਲਾਂ ਦੇ ਹਿਸਾਬ ਹੋਣ, ਫਿਰ ਰਲ ਕੇ ਬੈਠਾਂਗੇ, ਫਿਰ ਤਾਂ ਕੋਈ ਵੀ ਏਕਤਾ ਕਿਸੇ ਵੀ ਕਿਸਮ ਦੀ ਮੁੱਦੇ ਬੇਸਡ ਵੀ ਨਹੀਂ ਹੋਣੀ। ਬਾਕੀ ਤਾਂ ਛੱਡੋ, ਇੱਕ ਜਥੇਬੰਦੀ 'ਚ ਇਕੱਠੇ ਹੋਣ ਤਾਂ ਗੱਲ ਹੀ ਛੱਡ ਦਿਓ, ਉਹ ਤਾਂ ਅੱਜ ਸਾਨੂੰ ਉਮੀਦ ਵੀ ਨਹੀਂ ਕਰਨੀ ਚਾਹੀਦੀ ਤੇ ਯਤਨ ਵੀ ਨਹੀਂ ਕਰਨਾ ਚਾਹੀਦਾ। ਅੱਜ ਦੀ ਘੜੀ ਤਾਂ ਸਾਨੂੰ ਇਹ ਹੈ ਵੀ ਜੋ ਖਿੰਡੀਆਂ ਵਿਖਰੀਆਂ ਪੰਥ ਦੇ ਹਿੱਸੇ ਨੇ ਉਹ ਮੁੱਦਿਆਂ 'ਤੇ ਇਕੱਠੇ ਹੋਣ ਰਲ ਕੇ, ਕਿਉਂਕਿ ਸਮਾਂ, ਮੈਂ ਆਪਾਂ ਪਿਛਲੀ ਵੀਡੀਓ ਪਹਿਲਾਂ ਵੀ ਗੱਲ ਕਰਦੇ ਰਹੇ ਹਾਂ, ਸਮਾਂ ਸੱਚੀ ਬਹੁਤ ਭਿਆਨਕ ਆ ਰਿਹਾ ਸਿੱਖਾਂ ਵਾਸਤੇ ਖਾਸ ਕਰਕੇ। ਇਹ ਐਵੇਂ ਵੱਧਵੀਂ ਗੱਲ ਨਹੀਂ, ਅੱਖਾਂ ਖੋਲ੍ਹ ਕੇ ਦੇਖੋ ਹਕੀਕਤ ਕਿੱਧਰ ਨੂੰ ਵੱਧ ਰਹੀ ਹੈ। ਭਾਵੇਂ ਉਹਨਾਂ ਦੀ ਅੱਜ ਦੀ ਘੜੀ ਸਾਨੂੰ ਸਿੱਖਾਂ ਨੂੰ ਅਸਿਮੀਲੇਟ ਕਰਨ ਦੀ, ਜਜ਼ਬ ਕਰਨ ਦੀ ਹੈਗੀ ਆ ਕੋਸ਼ਿਸ਼, ਜਿਹਦੇ 'ਚੋਂ ਕਿੰਨੇ ਸਰਗਰਮ ਨੇ ਉਹ। ਮੋਦੀ ਮੀਟਿੰਗਾਂ 'ਤੇ ਮੀਟਿੰਗਾਂ ਸੱਦੀ ਜਾ ਰਿਹਾ ਸਿੱਖਾਂ ਦੀਆਂ, ਕਦੇ ਕਿਸੇ ਬਹਾਨੇ ਸਿੱਖਾਂ ਨੂੰ ਬੁਲਾ ਰਿਹਾ, ਕਦੇ ਕਿਸੇ ਬਹਾਨੇ। ਹੁਣ ਆਪਾਂ ਕਹਿ ਦਈਏ ਵੀ ਉਹ ਤਾਂ ਜਿਹੜੇ ਬੰਦੇ ਗਏ ਬੇਜ਼ਮੀਰੇ ਹੈ, ਐਂ ਤਾਂ ਫਿਰ ਕਿਸੇ ਵੀ ਚੀਜ਼ ਦੀ ਵਿਆਖਿਆ ਦੇ ਕੇ ਸੁਰਖਰੂ ਹੋ ਜਾਓ। ਬੰਦੇ ਜਾਂਦੇ ਨੇ ਨਾ, ਇਹ ਵਰਤਾਰਾ ਕੀ ਹੈ, ਇਹ ਕਿਉਂ ਐ ਹੋ ਰਿਹਾ, ਕਿਉਂਕਿ ਹੋਰ ਕੁਝ ਦਿਸ ਨਹੀਂ ਰਿਹਾ। ਤੁਸੀਂ ਲੋਕਾਂ ਨੂੰ ਇੱਕ ਉਮੀਦ ਬਣਾ ਦਿਓ, ਉਹੀ ਬੰਦੇ ਜਿਹੜੇ ਮੋਦੀ ਵੱਲ ਜਾ ਰਹੇ ਨੇ
ਉਹ ਨਹੀਂ ਜਾਣਗੇ ਜਾਂ ਮੁੜ ਕੇ ਵੀ ਆਉਣਗੇ। ਸੋ ਅਸੀਂ ਆਪਾਂ ਪੰਥਕ ਧਿਰਾਂ ਜਿਹਨੂੰ ਕਹਿੰਦੇ ਆ, ਉਹ ਦੋਸ਼ ਮੁਕਤ ਨਹੀਂ ਹੁੰਦੀਆਂ। ਇਹ ਠੀਕ ਹੈ ਕਿ ਉਹ ਓਡਾ ਨਹੀਂ ਗੁਨਾਹ ਉਹਨਾਂ ਦੇ, ਤੇ ਇਸ ਕਰਕੇ ਹੁਣ ਪਰ ਕਿਤੇ ਮੈਨੂੰ ਨਾ ਜਿਹੜੀ ਮੈਨੂੰ ਨਿਰਾਸ਼ਾ ਪਰਸਨਲੀ ਹੋ ਰਹੀ ਹੈ ਉਹ ਹੈ ਕਿ ਕਿਤੇ ਵੀ ਸਵੈ ਪੜਚੋਲ ਆਤਮ ਚੀਨਣ ਨਹੀਂ, ਦੂਜਿਆਂ ਦੀ ਨਿੰਦਿਆ ਪੜਚੋਲ ਜ਼ਰੂਰ ਹੈ। ਸੋ ਮੇਰਾ ਸੁਝਾਅ ਇਹ ਹੈ ਵੀ ਜਿਹੜਾ ਇਹ ਅਸੂਲ ਬਣਾਉਣਾ ਵੀ ਪਹਿਲਾਂ ਪਿਛਲਾ ਹਿਸਾਬ ਕਿਤਾਬ ਹੋਵੇ, ਉਹ ਗਲਤੀਆਂ ਮੰਨੇ, ਫਿਰ ਅਸੀਂ ਉਹਦੇ ਨਾਲ ਬੈਠਾਂਗੇ, ਇਹ ਨਹੀਂ ਹੋਣਾ। ਇਹ ਇੱਕ ਜਥੇਬੰਦੀ 'ਚ ਰਲਣ ਵਾਸਤੇ ਤਾਂ ਹੋ ਸਕਦੀ ਹੈ, ਕੰਡੀਸ਼ਨ ਸ਼ਰਤ ਲਾ ਦਿਓ, ਪਰ ਜਦੋਂ ਮੁੱਦੇ ਵੇਸਡ ਹੈ, ਮਸਲੇ ਬਹੁਤ ਆ ਰਹੇ ਨੇ ਕੌਮ ਸਾਹਮਣੇ। ਆ ਪਟਿਆਲੇ ਵਾਲੀ ਇੰਸੀਡੈਂਟ ਕੀ ਆ ਯਾਰ, ਬਲਾਸਟ ਜਿਵੇਂ ਹੋ ਰਹੇ ਨੇ, ਇਹ ਸਾਰੀ ਇੱਕ ਸਕੀਮ ਹੈ। ਮਾੜੇ ਜਿਹੇ ਨਾਅਰੇ ਲਿਖਤੇ ਉੱਥੇ ਕਿਤੇ ਕਿਸੇ ਨੇ ਵੀ ਕੀ ਲਿਖੇ, ਸਭ ਪਤਾ ਕਿਵੇਂ ਚੱਲ ਰਿਹਾ ਹੈ। ਹਲ ਜਦੋਂ ਉਹਨਾਂ ਨੂੰ ਲੋੜ ਬਣਦੀ ਹੈ, ਕੋਈ ਵੀ ਬਹਾਨਾ ਜਿਹਾ ਬਣਾ ਕੇ ਉਹ ਚੱਕ ਕੇ ਨੌਜਵਾਨਾਂ ਨੂੰ ਫੜ ਕੇ ਸੁੱਟ ਦਿੰਦੇ ਨੇ ਅੰਦਰ, ਜੋ ਮਰਜ਼ੀ ਕਰਨ। ਕਿੰਨੀ ਕੁ ਆਵਾਜ਼ ਉੱਠਦੀ ਹੈ। ਇਹੀ ਧਿਰਾਂ ਹੀ ਨਾ ਜਿਹੜੀ ਉਹੀ ਆਵਾਜ਼ਾਂ ਨੇ ਛੋਟੀਆਂ ਜਿਹੀਆਂ, ਤੇ ਅਸੀਂ ਐਂ ਤਾਂ ਨਹੀਂ ਆਪਦੇ ਆਪ ਨੂੰ ਬਚਾ ਸਕਾਂਗੇ, ਕੁਛ ਤਾਂ ਸੋਚਣਾ ਪਊ। ਇਹਦੀ ਬਜਾਏ ਇੱਕ ਦੂਜੇ ਤੇ ਦੂਸ਼ਣਬਾਜ਼ੀ, ਲੜਾਈਆਂ ਉਹ ਕਿਵੇਂ ਚੱਲ ਰਹੀਆਂ। ਆਹੀ ਤੁਸੀਂ ਦੇਖ ਲਓ ਯਾਰ, ਦੀਪ ਸਿੱਧੂ ਦਾ ਅਸਲੀ ਵਾਰਸ ਕੌਣ, ਕੋਈ ਹਿਸਾਬ ਹੀ ਨਹੀਂ। ਇਹ ਤੇ ਲੜਾਈ ਮਤਲਬ ਬੰਦੇ ਇੱਕ ਦੂਜੇ ਦੇ ਉਹ ਕਰੀ ਜਾ ਰਹੇ, ਗੱਲ ਹੈ ਕੋਈ? ਇੱਕ ਮਸਲੇ ਕਿੱਡੇ ਖੜੇ ਨੇ, ਜਿਹੜਾ ਕੋਈ ਕਹਿੰਦਾ ਮੈਂ ਦਾਅਵੇਦਾਰ ਹਾਂ, ਕੋਈ ਨਹੀਂ ਕਰੇ ਕੁਛ, ਉਹ ਕਰਕੇ ਦਿਖਾਵੇ। ਤੇ ਮਤਲਬ ਪੋਜ਼ੀਟਿਵ ਅਪਰੋਚ ਤਾਂ ਇਹ ਹੁੰਦੀ ਹੈ ਤੁਸੀਂ ਆਪਦਾ ਕਰੋ, ਪਰ ਨਹੀਂ ਪਹਿਲਾਂ ਉਹਨੂੰ ਢਾਊਂ ਮੈਂ, ਉਹ ਨਾ ਕਿਸੇ ਨੇ ਢਹਿਣਾ ਹੁੰਦਾ, ਉਹ ਐਨਰਜੀ ਬਸ ਵੇਸਟ। ਲੋਕਾਂ 'ਚ ਨਿਰਾਸ਼ਤਾ, ਵੀ ਜਿਹੜੇ ਤਾਂ ਆਪਸ ਵਿੱਚ ਹੀ ਲੜੀ ਜਾਂਦੇ। ਸੋ ਕੌਮ ਦੇ ਵਿੱਚ ਨਿਰਾਸ਼ਤਾ ਫੈਲਾਉਣ 'ਚ ਸਾਡੇ ਇਸ ਧੜੇ ਦਾ ਵੀ ਹੱਥ ਹੈ, ਜੋ ਪੋਲੀਟੀਕਲ ਕੰਡਕਟ ਹੁਣ ਤੱਕ ਸਾਹਮਣੇ ਆਇਆ ਹੈ। ਇਹ ਗੱਲ ਮੰਨਣ 'ਚ ਹਰਜ ਨਹੀਂ ਹੋਣਾ ਚਾਹੀਦਾ। ਤੋ ਸਭ ਕੁਛ ਤੇ ਮੈਂ ਉਹੀ ਜਿਹੜੀ ਗੱਲ ਮੈਂ ਫੇਰ ਕਹਿ ਰਿਹਾ ਵੀ ਵਿਚਾਰਾਂ ਕਿਉਂ ਨਹੀਂ ਹੋ ਰਹੀਆਂ ਬੈਠ ਕੇ। ਜਿਹਨੂੰ ਜਿਵੇਂ ਜੇ ਠੀਕ ਲੱਗਦਾ ਉਵੇਂ ਕਰੀ ਜਾਂਦਾ, ਬਸ ਕੋਈ ਪੁੱਛਣ ਵਾਲਾ ਨਹੀਂ, ਕੋਈ ਟੋਕਣ ਵਾਲਾ ਨਹੀਂ, ਕਿਤੇ ਕੋਈ ਬਹਿਸ ਨਹੀਂ। ਤੇ ਬੰਦੇ ਤੋਂ ਆਪ ਨੂੰ ਤਾਂ ਨਹੀਂ ਪਤਾ ਲੱਗਦਾ, ਸਬਜੈਕਟਿਵ ਮਾਈਂਡ ਹੈ, ਬੰਦੇ ਦਾ ਮਨ ਹੈ ਨਾ, ਉਹ ਤਾਂ 100 ਪਾਸੇ ਤਿਲਕੂਗਾ ਵੀ ਹੁਣ ਐਂ ਕਰ ਲਈਏ, ਹੁਣ ਐਂ ਕਰ ਲਈਏ, ਹੁਣ ਐਂ ਕਰ ਲਈਏ। ਮੈਂ ਦਾਅਵੇ ਨਾਲ ਕਹਿ ਸਕਦਾ ਕਿਸੇ ਵੀ ਪੰਥਕ ਜਥੇਬੰਦੀ ਦੇ ਅੰਦਰ ਕੋਈ ਜਮਹੂਰੀ ਉਹ ਚੱਲ ਨਹੀਂ ਰਿਹਾ ਅਮਲ ਵੀ ਫੈਸਲੇ ਐਨ ਬੈਠ ਕੇ ਸੋਚ ਵਿਚਾਰ ਕੇ ਸਾਂਝੀ ਸੋਚ 'ਚੋਂ ਉਹ ਕੁਛ ਕੁ ਬੰਦੇ, ਇੱਕ ਦੋ ਬੰਦੇ ਹੁੰਦੇ ਨੇ, ਉਹ ਜੋ ਸੋਚਦੇ ਨੇ ਦੂਜਿਆਂ ਨੂੰ ਉਹ ਉਹਦੇ ਨਾਲ ਸਹਿਮਤ ਕਰਾਉਂਦੇ ਆ। ਬੰਦੇ ਸਹਿਮਤ ਹੋਣ ਲਈ ਤਿਆਰ ਹੁੰਦੇ ਆ, ਬਾਹਲੀ ਖੇਚਲ ਨਹੀਂ ਕਰਨੀ ਪੈਂਦੀ। ਇਹ ਚੰਗੇ ਸਾਈਨ ਨਹੀਂ ਸਾਰੇ ਇਸ ਤਰ੍ਹਾਂ ਦੇ। ਸੋ ਆਪਾਂ ਖਰ ਉੱਧਰ ਹੀ ਆਈਏ ਵੀ ਜਦੋਂ ਇਹ ਜਿਹੜੀਆਂ ਜੇ ਕੋਈ ਇਹੋ ਜਿਹੀ ਮੂਵ ਲੈਂਦਾ, ਭਾਵੇਂ ਉਹ ਆਪਦੇ ਹਿੱਤਾਂ 'ਚੋਂ ਹੀ ਲੈਂਦਾ, ਵੀ ਆਹ ਮਸਲਾ ਜਿਵੇਂ ਬੰਦੀ ਸਿੰਘਾਂ ਦਾ, ਵੀ ਆਪਾਂ ਸਾਰੇ ਇਕੱਠੇ ਹੋਈਏ, ਇਹ ਤੇ ਸਾਨੂੰ ਮਤਲਬ ਇਹ ਸ਼ਰਤ ਲਾਉਣੀ ਮੇਰੇ ਮੁਤਾਬਕ ਠੀਕ ਨਹੀਂ, ਇਹ 'ਚੋਂ ਕੁਛ ਨਹੀਂ ਨਿਕਲਣਾ। ਇਹ ਅਸੂਲ ਅਪਣਾ ਕੇ ਚੱਲਣਾ ਗਲਤ ਹੋ। ਇਹਦੀ ਬਜਾਏ ਅਸੂਲ ਕੀ ਹੈ, ਜਿਹੜੀ ਅਹੀ ਜੀ ਆਰਜੀ ਏਕਤਾ ਹੁੰਦੀ ਹੈ ਮੁੱਦੇ ਵੇਸਡ, ਉਹ ਉਸ ਮੁੱਦਿਆਂ ਬਾਰੇ ਕਿਸੇ ਦੀ ਪੋਜੀਸ਼ਨ ਕੀ ਹੈ ਉੱਥੋਂ ਤੈਅ ਹੋਊ, ਨਾ ਕਿ ਉਹਦਾ ਓਵਰਆਲ ਕਰੈਕਟਰ ਕੀ ਹੈ। ਇਹ ਮੁੱਦੇ ਵੇਸਡ ਏਕਤਾ ਇਹ ਕਰਨੀ ਚਾਹੀਦੀ ਹੈ, ਜਿਹਦੇ 'ਚ ਜਿੰਨਾ ਦਮ ਹੋਊ ਆਪਦਾ ਬਣਾ ਜੂਗਾ ਲੋਕਾਂ 'ਚ। ਪਰ ਪੰਥ ਦਾ ਤਾਂ ਕੁਛ ਬਣੂ ਨਾ ਸਾਂਝਾ। ਹੁਣ ਇੱਕ ਵਾਸਤੇ ਤਾਂ ਆਹ ਜਿਹੜੇ ਨੌਜਵਾਨਾਂ ਨੂੰ ਜਿਵੇਂ ਫੜਿਆ ਜਾ ਰਿਹਾ, ਜਿਵੇਂ ਉਹਨਾਂ 'ਤੇ ਕੇਸ, ਉਹ ਮਹੱਤਵਪੂਰਨ ਹੈ, ਦੂਜੇ ਵਾਸਤੇ ਕੋਈ ਹੋਰ ਮਹੱਤਵਪੂਰਨ ਹੋ ਸਕਦਾ। ਸੋ ਇਹ ਸੋਚਦੇ ਵਖਰੇਵੇਂ ਹੈਗੇ ਆ, ਮੰਨ ਲੈਣਾ ਚਾਹੀਦਾ। ਦੋ ਧਰਾਵਾਂ ਸਾਨੂੰ ਇਹ ਮੰਨ ਕੇ ਚੱਲਣਾ ਪਊ, ਪੰਥ 'ਚ ਚੱਲਣਗੀਆਂ ਹੀ। ਇੱਕ ਆਜ਼ਾਦੀ ਵਾਲੇ ਜਿਹੜੇ ਕਹਿਣਗੇ ਅਸੀਂ ਦੂਜੀਆਂ ਗੱਲਾਂ ਤੋਂ ਲੈਣਾ ਕੀ ਹੈ, ਉਹਨਾਂ ਨੂੰ ਵੀ ਹੱਕ ਹੈ ਉਹ ਧਾਰਾ ਵਗੇ ਆਪਦੀ।
ਇੱਕ ਦੂਜੇ ਹੋਣਗੇ ਵੀ ਯਾਰ ਇਹ ਕੋਈ ਪ੍ਰੈਕਟੀਕਲ ਪੋਲਿਟਿਕਸ ਨਹੀਂ, ਇਹਦੇ ਨਾਲ ਆਪਦੇ ਮਨ ਨੂੰ ਤਾਂ ਤਸੱਲੀ ਹੋ ਜਾਊਗੀ। ਪਰ ਤੁਸੀਂ ਜੇ ਲੋਕਾਂ ਤੱਕ ਆਪਦੀ ਗੱਲ ਲਿਜਾਣੀ, ਲੋਕਾਂ ਨਾਲ ਜੁੜਨਾ, ਲੋਕਾਂ ਨੂੰ ਲਾਮਬੰਦ ਕਰਨਾ, ਤਾਂ ਉੱਥੇ ਪ੍ਰੈਕਟੀਕਲ ਪੋਲਿਟਿਕਸ ਕਰਨੀ ਪਊ। ਇਹ ਹਾਲਾਤ ਕਦੇ ਨਹੀਂ ਬਣਨਗੇ ਵੀ ਦੂਜੀ ਧਾਰਾ ਬਿਲਕੁਲ ਹੀ ਤੁਸੀਂ ਉਹਨੂੰ ਸਾਫ਼ ਹੀ ਕਰ ਦਿਓਗੇ ਪ੍ਰੋਪੇਗੰਡੇ ਨਾਲ। ਸੋ ਮੇਰਾ ਮੁਤਾਬਕ ਇਹ ਹੈ ਕਿ ਇਹਦੇ 'ਚ ਅਸੂਲ ਇਹ ਬਣਾਓ, ਮੁੱਦਾ ਦੇਖੋ, ਜਿੱਤੇ ਜੇ ਵਾਕਈ ਲੱਗਦਾ ਵੀ ਪੰਥ ਦਾ ਸਾਂਝਾ ਮੁੱਦਾ ਲੜਨਾ ਚਾਹੀਦਾ, ਉਸ 'ਤੇ ਉਹਨਾਂ ਦੀ ਪੋਜੀਸ਼ਨ ਦੇਖੋ। ਜਿਹੜੀ ਨੀਤ ਪਰਖਣੀ ਵੀ ਇਹਦੀ ਨੀਤ ਨਹੀਂ ਠੀਕ। ਹੁਣ ਨੀਤ ਤਾਂ ਫਿਰ ਇਹ ਸਬਜੈਕਟਿਵ ਗੱਲ ਹੈ, ਕੌਣ ਕਿਹਦੀ ਕਹੂ। ਇਹ 'ਤੇ ਤਾਂ ਕਿੰਨੇ ਮਸਲੇ ਖੜੇ ਹੋ ਸਕਦੇ ਵੀ ਪਹਿਲਾਂ ਇਹ ਆਪਦੀ ਉਹ ਗੱਲ ਸਾਫ਼ ਕਰਕੇ ਆਵੇ। ਇਹ ਬੰਦਿਆਂ ਨੂੰ ਅਹਿਸਾਸ ਨਹੀਂ। ਈਵਨ ਜਿਹੜੇ ਦੀਪ ਸਿੱਧੂ ਦੇ ਸਮਰਥਕ ਹੈ, ਰੀਅਲ ਸੱਚੇ ਦਿਲੋਂ ਇਮਾਨਦਾਰ, ਉਹਨਾਂ ਨੂੰ ਇਹ ਲੱਗੀ ਜਾਂਦਾ ਵੀ ਯਾਰ ਦੀਪ ਸਿੱਧੂ ਬਾਰੇ ਜੇ ਕੋਈ ਸਾਥੋਂ ਵੱਖਰੇ ਵਿਚਾਰ ਰੱਖਦਾ ਉਹਦੇ ਨਾਲ ਅਸੀਂ ਬੈਠ ਨਹੀਂ ਸਕਦੇ। ਉਹ ਤੁਹਾਡੀ ਜਥੇਬੰਦੀ 'ਚ ਨਹੀਂ ਚੱਲ ਸਕਣਗੇ, ਇਹ ਤਾਂ ਗੱਲ ਵੱਖਰੀ ਹੈ। ਪੰਥ ਦੀ ਧਾਰਾ 'ਚ ਤਾਂ ਮਤਲਬ ਤੁਹਾਨੂੰ ਉਹਨਾਂ ਨਾਲ ਬੈਠਣਾ ਪਊਗਾ ਜੇ ਉਹਨਾਂ ਦੀ ਓਵਰਆਲ ਦੂਜੀਆਂ ਗੱਲਾਂ 'ਤੇ ਪੋਜੀਸ਼ਨ ਠੀਕ ਹੈ। ਹਾਂ, ਉਹ ਉਹਦੀ ਕਿਰਦਾਰ ਕੁਸ਼ੀ ਨਾ ਕਰਨ ਬਸ। ਅਸੀਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਵੀ ਅੱਜ ਮਤਲਬ ਜਿਹੜਾ ਇੱਕ ਨਖੇੜਾ ਹੋਇਆ, ਉਹ ਸਾਰੀਆਂ ਹੁਣ ਧਿਰਾਂ ਹਟ ਗਈਆਂ ਨਾ ਕਿਰਦਾਰ ਕੁਸ਼ੀ ਕਰਨ। ਚਲਦੀਪ ਸਿੱਧੂ ਦਾ ਉਹ ਰੁਤਬਾ ਤਾਂ ਨਹੀਂ ਬਣ ਸਕਦਾ, ਪਰ ਇੱਕ ਭਾਵੁਕਤਾ ਵੀ ਹੁੰਦੀ ਹੈ ਕਿਸੇ ਖਾਸ ਮੌਕੇ ਦੀ, ਉਹਦੇ ਪ੍ਰਤੀ ਵੀ ਸੈਂਸਿਟਿਵ ਹੋਣ ਦੀ ਲੋੜ ਹੁੰਦੀ ਹੈ। ਤੁਹਾਡੇ ਜੋ ਮਨ 'ਚ ਜੋ ਮਰਜ਼ੀ ਹੋਵੇ, ਇਹ ਇੱਕ ਸੈਂਸਿਟੀਵਿਟੀ ਤਾਂ ਨਹੀਂ, ਪੋਲੀਟੀਕਲ ਵਿਜ਼ਡਮ ਬਾਦਲ ਦਲ ਨੇ ਦਿਖਾਈ ਸੰਤਾਂ ਬਾਰੇ। ਹਾਲਾਂਕਿ ਉਹਨਾਂ ਦੇ ਆਪਦੇ ਪ੍ਰਾਈਵੇਟ ਵਿਚਾਰ ਕੋਈ ਬਹੁਤੇ ਚੰਗੇ ਨਹੀਂ, ਪਰ ਉਹਨਾਂ ਨੇ ਪਬਲਿਕਲੀ ਇਹ ਪੋਜੀਸ਼ਨ ਐਂ ਰੱਖ ਕੇ ਚੱਲ ਰਹੇ ਨੇ, ਉਹ ਕਬੂਲ ਹੀ ਕਰ ਲਈ ਉਹਨਾਂ ਨੇ ਇਹ ਪੋਜੀਸ਼ਨ। ਇਹ ਇਸ ਤਰ੍ਹਾਂ ਚੱਲਣਾ ਚਾਹੀਦਾ, ਇੰਨੀ ਕੁ ਫਲੈਕਸੀਬਿਲਿਟੀ ਅਤੇ ਇੰਨੀ ਕੁ ਪੋਲੀਟੀਕਲ ਵਿਜ਼ਡਮ, ਨਾ ਕਿ ਮਨ ਦੇ ਵਿੱਚ ਜਿਹੜੀਆਂ ਆਪਦੀਆਂ ਪਈਆਂ ਨੇ ਕੁੜੱਤਣਾ ਅਤੇ ਹੋਰ ਉਹ। ਸੋ ਇਹ ਤਾਂ ਦੋਵੇਂ ਇਕੱਠਾਂ 'ਚੋਂ ਮੇਰਾ ਇਹੀ ਸੀਗਾ ਵੀ ਤੁਸੀਂ ਕਹਿਣਾ ਵੀ ਬਹੁਤ ਵਿਸ਼ਾਲ ਇਕੱਠ ਹੋਇਆ। ਚਲੋ ਵਿਸ਼ਾਲ ਇਕੱਠ ਵੀ ਹੁੰਦਾ ਹੈ, ਉਹ ਤਾਂ ਹੁਣ ਪਤਾ ਨਹੀਂ ਕਿਹੜੀਆਂ ਕਿਹੜੀਆਂ ਸੰਸਥਾਵਾਂ ਆਈਆਂ, ਕਿਹੜੀਆਂ ਰਹਿ ਗਈਆਂ। ਪਰ ਮੇਰਾ ਖਿਆਲ ਹੈ ਕਿ ਜਿਹੜੀਆਂ ਮੇਨ ਪੰਥਕ ਧਿਰਾਂ ਨੇ ਉਹ ਜੇ ਇਹਦਾ ਹਿੱਸਾ ਨਹੀਂ ਬਣਨਗੀਆਂ ਤਾਂ ਪੰਥ ਦੀ ਸ਼ਕਤੀ ਖਿੰਡੂਗੀ। ਉਹਨਾਂ ਨੂੰ ਇੱਥੇ ਮੁੜ ਵਿਚਾਰ ਕਰ ਲੈਣੀ ਚਾਹੀਦੀ ਹੈ। ਹੋਰ ਆਪਾਂ ਤਾਂ ਮਤਲਬ ਇੰਨਾ ਕੀ ਕਰਦੇ ਹਾਂ, ਕੋਈ ਦਾਅਵੇ ਨਾਲ ਨਹੀਂ, ਥੋੜ੍ਹਾ ਸੋਚ ਕੇ ਇਸ ਗੱਲ ਦੇ ਉੱਤੇ ਬਹਿਸ ਤਾਂ ਚੱਲੇ ਕੋਈ ਵੀ ਯਾਰ ਨਹੀਂ ਐਂ ਹੋਣਾ ਚਾਹੀਦਾ। ਮੈਂ ਆਪਣਾ ਇਹ ਬੜਾ ਕਲੀਅਰ ਪ੍ਰਿੰਸੀਪਲ ਉਹ ਨਹੀਂ, ਆਹੋ ਉਹ ਸੈਕਟੇਰੀਅਨ ਪ੍ਰਿੰਸੀਪਲ। ਹਾਂ, ਇੱਕ ਜਥੇਬੰਦੀ 'ਚ ਇਕੱਠੇ ਹੋਣ ਵਾਸਤੇ ਉਹ ਠੀਕ ਹੈ, ਵੈਸੇ ਤਾਂ ਉਹਦੇ ਨਾਲ ਇਕੱਠੇ ਹੋਵਾਂਗੇ ਇੱਕ ਜਥੇਬੰਦੀ 'ਚ। ਬਾਕੀ ਤਾਂ ਪੰਥ ਦੀ ਇੱਕ ਵਿਸ਼ਾਲ ਅਤੇ ਮੁੱਕੀ ਜਿਹੀ ਏਕਤਾ, ਹੁਣ ਇੰਨੀ ਕੁ ਗੱਲ ਹੈ ਜਿਹਤੇ ਗੌਰ ਹੋ ਜਾਣੀ ਚਾਹੀਦੀ ਹੈ, ਨਹੀਂ ਹੋ ਰਹੀ। ਇਹ ਅਫਸੋਸਨਾਕ ਹੈ। ਆਪਾਂ ਤਾਂ ਇੰਨੀ ਕੁ ਬੇਨਤੀ ਕਰ ਸਕਦੇ ਹਾਂ, ਹੋਰ ਤਾਂ ਆਪਣਾ ਕੋਈ ਜ਼ੋਰ ਨਹੀਂ ਜੀ। ਹਾਂਜੀ, ਸੋ ਇਹ ਸਨ ਸਰਦਾਰ ਅਜਮੇਰ ਸਿੰਘ ਜੀ, ਜਿਨ੍ਹਾਂ ਨੇ ਬੀਤੇ 8 ਤਰੀਕ ਨੂੰ ਸ੍ਰੀ ਅਕਾਲ ਤਖਤ ਸਾਹਿਬ ਹੋਈ ਪੰਥਕ ਇਕੱਤਰਤਾ ਬਾਰੇ ਆਪ ਦੇ ਵਿਚਾਰ ਪ੍ਰਗਟ ਕੀਤੇ। ਉਹਨਾਂ ਨੇ ਕੁਝ ਖਦਸ਼ੇ ਵੀ ਪ੍ਰਗਟ ਕੀਤੇ ਪੰਥ ਦੀ ਸੁਰੱਖਿਆ ਨੂੰ ਲੈ ਕੇ, ਅਤੇ ਉਹਨਾਂ ਨੇ ਜੋ ਅੱਜ 11 ਮਈ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਮੀਟਿੰਗ ਸੱਦੀ ਗਈ, ਉਹਦੇ ਬਾਰੇ ਵੀ ਆਪਣਾ ਨਜ਼ਰੀਆ ਪੇਸ਼ ਕੀਤਾ। ਇਸ ਕੜੀ 'ਚ ਬਸ ਇੰਨਾ ਹੀ। ਅਗਲੀ ਵਾਰੀ ਫੇਰ ਇੱਕ ਹੋਰ ਪੰਥਕ ਮਸਲਾ ਲੈ ਕੇ ਆਪ ਜੀ ਦੇ ਰੂਬਰੂ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।